ਅਸੀਂ ਕਰ ਰਹੇ ਸੀ ਬ੍ਰਿਟਿਸ਼ ਸਾਮਰਾਜ, ਠੀਕ ਹੈ ਕਿ ਬ੍ਰਿਟਿਸ਼ ਜੋ ਸੀ ਉਹਨਾਂ ਨੇ ਟਾਈਮ ਟੂ ਟਾਈਮ ਆਪਣੀ ਸੋਸਾਇਟੀ ਜਿਹੜੀ ਹੈਗੀ ਆ ਉਸਨੂੰ ਐਕਸਪੈਂਡ ਕੀਤਾ। ਮਤਲਬ ਬ੍ਰਿਟਿਸ਼ ਸੋਸਾਇਟੀ ਜਿਹੜੀ ਹੈਗੀ ਆ ਇਹ ਟਾਈਮ ਟੂ ਟਾਈਮ ਆਪਣੇ ਆਪ ਦਾ ਵਿਸਥਾਰ ਕਿੱਦਾਂ ਕਰਦੀ ਗਈ, ਠੀਕ ਹੈ। ਸੋ ਇਹਦੇ ਵਿੱਚ ਨਾ ਡਿਫਰੈਂਟ ਤਰ੍ਹਾਂ ਦੇ ਪਰਸਨ ਹੈਗੇ ਨੇ ਜਿਨ੍ਹਾਂ ਦੇ ਬਾਰੇ ਵਿੱਚ ਅਸੀਂ ਕਰਨਾ ਹੈ। ਕੱਲ ਆਪਾਂ ਕੀਤਾ ਸੀਗਾ ਲਾਰਡ ਵਾਰਨ हेस्टिंग, ठीक है। सो आज ਅਸੀਂ ਕਰਾਂਗੇ क्लाइव। तो क्लाइव जो है ਅਸੀਂ ਕਰਾਂਗੇ ਜਿਹੜਾ ਸਭ ਤੋਂ ਪਹਿਲਾਂ ਹੈਗਾ ਕਿ क्लाइव ਦਾ ਜਿਹੜਾ ਟਾਈਮ ਪੀਰੀਅਡ ਆ ਉਹ ਕਿੰਨਾ ਹੈ। क्लाइव ਦਾ ਜੋ ਟਾਈਮ ਪੀਰੀਅਡ ਹੈ 1757 ਤੋਂ 1760 ਤੱਕ ਦਾ ਜੋ ਟਾਈਮ ਪੀਰੀਅਡ ਹੈ क्लाइव ਦਾ ਟਾਈਮ ਪੀਰੀਅਡ ਹੈ, ਠੀਕ ਹੈ। ਇਸ ਤੋਂ ਪਹਿਲਾਂ ਜਦੋਂ ਹਾਂਜੀ 1757 ਤੋਂ 1760, ठीक है। तो ਜਿਹੜਾ ਮੈਂ ਤੁਹਾਨੂੰ ਪਿਛਲੀ ਵਾਰ ਕਰਵਾਇਆ ਸੀ ਕਿ ਕਲਾਈਵ ਕਿਦਾਂ ਦਾ ਪਰਸਨ ਸੀ, ਕਿ ਬਕਸਰ ਦੀ ਫਾਈਟ ਹੋ ਗਈ ਜਾਂ ਫਿਰ ਕਹਿ ਲਓ ਕਿ ਪਲਾਸੀ ਦੀ ਫਾਈਟ ਹੋ ਗਈ, ਕਲਾਈਵ ਨਹੀਂ ਕਰਵਾਈਆਂ ਸੀ ਨਾ, ਤੇ ਕਲਾਈਵ ਵੀ ਉਹਨਾਂ ਚ ਵਿਨਰ ਰਿਹਾ ਸੀ। ਤਾਂ ਇੰਟਰੋਡਕਸ਼ਨ ਦੇ ਵਿੱਚ ਉਹ ਥੋੜੀ ਜਿਹੀ ਇੰਟਰੋਡਕਸ਼ਨ ਉਹਨਾਂ ਦੀ ਦੇ ਦੇਣਾ, ਪਲਾਸੀ ਦੀ ਲੜਾਈ ਦੀ ਤੇ ਬਕਸਰ ਦੀ ਲੜਾਈ ਦੀ, ਠੀਕ ਹੈ। ਉਸ ਤੋਂ ਬਾਅਦ ਲਿਖ ਦੇਣਾ ਕਿ ਕਲਾਈਵ ਦਾ ਗਵਰਨਰ ਟਾਈਮ ਪੀਰੀਅਡ ਜਿਹੜਾ ਹੈਗਾ ਫਰਸਟ ਟਾਈਮ ਸੀ 1757 ਤੋਂ 1760। ਕਹਿੰਦੇ ਕਲਾਈਵ ਦੇ ਜਿਹੜੇ ਡਾਇਰੈਕਟਰ ਸੀ ਉਹ ਕਲਾਈਵ ਦੇ ਕੰਮਾਂ ਤੋਂ ਬਹੁਤ ਜ਼ਿਆਦਾ ਖੁਸ਼ ਸੀਗੇ, ਠੀਕ ਹੈ। ਕੰਪਨੀ ਦੇ ਜੋ ਡਾਇਰੈਕਟਰ ਸੀ ਕਲਾਈਵ ਦੇ ਕੰਮਾਂ ਤੋਂ ਬਹੁਤ ਜ਼ਿਆਦਾ ਖੁਸ਼ ਸੀ, ਜਿਹਦੇ ਕਰਕੇ ਕਹਿੰਦੇ ਉਹਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ ਸੀਗਾ, ਠੀਕ ਹੈ। ਬੰਗਾਲ ਦਾ ਗਵਰਨਰ ਬਣਾ ਦਿੱਤਾ ਸੀਗਾ। ਕਹਿੰਦੇ ਬੰਗਾਲ ਦਾ ਗਵਰਨਰ ਬਣਨ ਤੇ ਉਸਨੇ ਕੀ ਕੁਝ ਕੀਤਾ। ਸਭ ਤੋਂ ਪਹਿਲਾਂ ਹੈਗਾ ਅਲੀ ਗੋਹਰ ਨੂੰ ਹਰਾਣਾ, ਡਿਫੀਟ ਆਫ ਦਾ ਅਲੀ ਗੋਹਰ। ਕਹਿੰਦੇ ਰਾਜਕੁਮਾਰ ਜਿਹੜਾ ਅਲੀ ਗੋਹਰ ਸੀਗਾ ਕਹਿੰਦੇ ਉਹ ਸਮਰਾਟ ਸੀਗਾ, ठीक है। सो कहंदे कि सम्राट सीगा, कहंदे जो शाह आलम दे नां ते मुगल सम्राट बनया होया सी। कहंदे उसने अवध दे नवाब सिराजुद्दौला तो सहायता मंगी कि बिहार दे उत्ते मैं हमला करना है। किन्ने मंगी सी? अली गौहर ने सिराजुद्दौला तो हेल्प मंगी कि उन्हें ना बिहार दे उत्ते हमला करना है ਤੇ ਜਿਹੜਾ ਸਿਰਾਜੂਦੌਲਾ ਵਾ ਉਸਨੂੰ ਹੈਲਪ ਦੇ ਦੇਵੇ। ਇਹੀ ਗੱਲ ਜਦੋਂ ਕਲਾਈਵ ਨੂੰ ਪਤਾ ਲੱਗੀ, ਕਲਾਈਵ ਨੇ ਤੁਰੰਤ ਮੀਰ ਜਾਫਰ ਦੇ ਹੱਥ ਇੱਕ ਫੌਜ ਭੇਜੀ ਜਿਨੇ ਕਿ ਬਿਹਾਰ ਦੇ ਉੱਤੇ ਉਸ ਤੋਂ ਪਹਿਲਾਂ ਹਮਲਾ ਕਰ ਦਿੱਤਾ। ਅਲੀ ਗੌਹਰ ਹਾਰ ਗਿਆ ਕਿਉਂਕਿ ਸਾਨੂੰ ਪਤਾ ਹੈ ਨਾ ਮੀਰ ਜਾਫਰ ਤੇ ਜਿਹੜਾ ਕਲਾਈਵ ਪਰਸਨ ਹੈ ਆਪਸ ਦੇ ਵਿੱਚ ਇਹਨਾਂ ਦੀ ਬੰਦੀ ਹੈ ना। तो मीर जाफर ਨੂੰ ਭੇਜ ਦਿੱਤਾ ਬਹੁਤ ਵੱਡੀ ਫੌਜ ਲੈ ਕੇ, ਜਿਨੇ ਅਲੀ ਗੌਹਰ ਨੂੰ ਹਰਾ ਦਿੱਤਾ ਸੀਗਾ। ਮੀਰ ਜਾਫਰ ਨੂੰ ਸਫਲਤਾ ਮਿਲੀ, ਉਹਨੇ ਕਲਾਈਵ ਨੂੰ ਖੁਸ਼ ਹੋ ਕੇ ਇੱਕ ਜਗੀਰ ਦੇ ਦਿੱਤੀ। ਜਗੀਰ ਦੇ ਵਿੱਚੋਂ 30,000 ਪਾਉਂਡ ਦੀ ਆਮਦਨੀ ਹੁੰਦੀ ਸੀ, ਠੀਕ ਹੈ। ਸੋ ਪਹਿਲਾਂ ਤੁਸੀਂ ਕੀ ਲਿਖਣਾ? ਅਲੀ ਗੌਹਰ। ਅਲੀ ਗੌਹਰ ਨੂੰ ਹਰਾਉਣਾ। ਕਿੰਨੇ ਹਰਾਇਆ ਸੀਗਾ? ਮੀਰ ਜਾਫਰ ਨੇ। ਮੀਰ ਜਾਫਰ ਕੌਣ ਸੀ? ਕਲਾਈਵ ਦਾ ਪਰਸਨ। ਕਲਾਈਵ ਕੌਣ ਸੀ? ਬ੍ਰਿਟਿਸ਼ ਕੰਪਨੀ ਦਾ ਮੈਂਬਰ। ਉਸ ਤੋਂ ਬਾਅਦ ਹੈਗਾ ਬੰਗਾਲ ਵਿੱਚ ਡੱਚਾਂ ਦੀ ਸ਼ਕਤੀ ਦਾ ਅੰਤ। ਬੰਗਾਲ ਦੇ ਵਿੱਚ ਨਾ ਡੱਚ ਰਹਿੰਦੇ ਸੀਗੇ। ਕਹਿੰਦੇ ਕਿ ਜਿਹੜੇ ਡੱਚ ਸੀ ਬੰਗਾਲ ਦੇ ਵਿੱਚ ਰਹਿੰਦੇ ਸੀ, ਕਹਿੰਦੇ ਡੱਚਾਂ ਨੇ ਕਹਿੰਦੇ ਕਿ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ ਸੀਗੀਆਂ, ਆਪਣੇ ਆਪ ਨੂੰ ਵਧਾਉਣਾ ਚਾਹੁੰਦੇ ਸੀ ਜਿਹੜੇ ਡੱਚ ਸੀ। ਲੇਕਿਨ ਜਿਹੜੇ ਬ੍ਰਿਟਿਸ਼ ਸੀ, ਬ੍ਰਿਟਿਸ਼ ਕੀ ਕਰਦੀ ਸੀਗੀ ਕਿ ਜਦੋਂ ਵੀ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਡੱਚ ਆਪਣੇ ਆਪ ਨੂੰ ਵਧਾਉਣਾ ਚਾਹੁੰਦੇ ਆ ਤੇ ਉਹ ਕੀ ਕਰਦੇ ਸੀਗੇ, ਜਦੋਂ ਬ੍ਰਿਟਿਸ਼ ਨੂੰ ਇਹ ਚੀਜ਼ ਪਤਾ ਲੱਗੀ ਕਿ ਡੱਚ ਆਪਣੇ ਆਪ ਨੂੰ ਵਧਾਉਣਾ ਚਾਹੁੰਦੇ ਆ ਤੇ ਉਹਨਾਂ ਨੇ ਕੀ ਕੀਤਾ, ਜਿੱਥੇ ਜਿੱਥੇ ਡੱਚ ਆਪਣਾ ਵਪਾਰ ਕਰਦੇ ਸੀ ਅੰਗਰੇਜ਼ਾਂ ਨੇ ਸਾਰਾ ਕੁਝ ਆਪਣੇ ਕੰਟਰੋਲ 'ਚ ਕਰ ਲਿਆ। ਉਹ ਕਿਸ ਤਰ੍ਹਾਂ? ਸਭ ਤੋਂ ਪਹਿਲਾਂ ਹੈਗਾ ਕਿ ਬੰਗਾਲ, ਬਿਹਾਰ ਉਹਨਾਂ ਨੂੰ ਆਪਣੇ ਕੰਟਰੋਲ 'ਚ ਕੀਤਾ। ਦੂਜਾ ਜਿਹੜੇ ਡੱਚ ਲੋਕ ਸੀ ਨਾ ਉਹ ਵਪਾਰ ਕਰਦੇ ਸੀ। ਜਿੱਦਾਂ ਹੀ ਪਲਾਸੀ ਦੀ ਲੜਾਈ ਹੋਈ, ਡੱਚ ਲੋਕ ਜਿਹੜੀ ਜਗ੍ਹਾ ਤੇ ਵਪਾਰ ਕਰਦੇ ਸੀ ਉੱਥੇ ਵੀ ਅੰਗਰੇਜ਼ਾਂ ਦੀ ਮੋਨੋਪੋਲੀ ਹੋ ਗਈ। ਮੋਨੋਪੋਲੀ ਦਾ ਮਤਲਬ ਹੁੰਦਾ ਵਾ ਏਕਾਧਿਕਾਰ ਹੋ ਜਾਣਾ, ਠੀਕ ਹੈ। ਉੱਥੇ ਵੀ ਅੰਗਰੇਜ਼ਾਂ ਦੀ ਮੋਨੋਪੋਲੀ ਹੋ ਗਈ। ਉਸ ਤੋਂ ਬਾਅਦ ਬੰਗਾਲ ਦੇ ਵਿੱਚ ਨਾ ਡੱਚ ਲੋਕ ਅਫੀਮ ਦਾ ਵਪਾਰ ਕਰਦੇ ਸੀਗੇ। ਅੰਗਰੇਜ਼ਾਂ ਨੇ ਅਫੀਮ ਦੇ ਉੱਤੇ ਚੁੰਗੀ ਕਰ ਲਗਾ ਦਿੱਤਾ। ਹੁਣ ਜਿਹਦੇ ਉੱਤੇ ਤੁਸੀਂ ਕਰ ਲਗਾ ਦੋਗੇ, ਟੈਕਸ ਲਗਾ ਦੋਗੇ, ਦੂਜੇ ਪਰਸਨ ਨੂੰ ਤਾਂ ਹਾਨੀ ਹੋਏਗੀ ਨਾ। तो अंग्रेजां नूं ਉਹਦੇ ਵਿੱਚ अंग्रेजां ਦਾ ਤਾਂ ਬੈਨੀਫਿਟ ਹੋਇਆ ਤੇ ਡੱਚਾਂ ਨੂੰ ਉਹਦੇ ਵਿੱਚ ਫਿਰ ਹਾਨੀ ਹੋ ਗਈ। ਕਹਿੰਦੇ ਇਸ ਤਰ੍ਹਾਂ ਹੌਲੀ ਹੌਲੀ ਡੱਚਾਂ ਦਾ ਜਿਹੜਾ ਅਫੀਮ ਦਾ ਵਪਾਰ ਸੀ ਉਹ ਵੀ ਖਤਮ ਹੋ ਗਿਆ। ਪਹਿਲਾਂ ਡੱਚ ਨਾ ਸ਼ੋਰੇ ਦਾ ਵਪਾਰ ਕਰਦੇ ਸੀ, ਫਿਰ ਅਫੀਮ ਦਾ ਕਰਦੇ ਸੀ। ਦੋਵੇਂ ਅੰਗਰੇਜ਼ਾਂ ਨੇ ਲੈ ਲਏ ਸੀਗੇ, ਠੀਕ ਹੈ।
ਇਸ ਤੋਂ ਇਲਾਵਾ ਜਿਹੜੇ ਡੱਚ ਲੋਕ ਸੀ ਨਾ, ਫਿਰ ਉਹਨਾਂ ਨੇ ਸੋਚਿਆ ਕਿਉਂ ਨਾ ਉਹ ਅੰਗਰੇਜ਼ਾਂ ਦੇ ਨਾਲ ਸਿੱਧਾ ਹੀ ਮੁਕਾਬਲਾ ਕਰ ਲੈਣ, ਜਿਹਦੇ ਕਰਕੇ ਦੋਹਾਂ ਨੇ ਫਾਈਟ ਕੀਤੀ ਸੀ। ਜਿਹੜਾ ਸਾਡਾ ਡੱਚ ਲੋਕ ਸੀ, ਡੱਚ ਲੋਕਾਂ ਨੇ ਆਪਣਾ ਇੱਕ ਬੇੜਾ ਯਾਨੀ ਕਿ ਇੱਕ ਸ਼ਿਪ ਤਿਆਰ ਕੀਤਾ ਸੀਗਾ, ਲੇਕਿਨ ਡੱਚ ਦਾ ਜੋ ਸ਼ਿਪ ਸੀ ਨਾ, ਇਸ ਨੂੰ ਜਿਹੜਾ ਸੀ ਅੰਗਰੇਜ਼ਾਂ ਨੇ ਉੱਥੇ ਹੀ ਖਤਮ ਕਰਵਾ ਦਿੱਤਾ ਸੀ, ਤਬਾਹ ਕਰਵਾ ਦਿੱਤਾ ਸੀ, ਜਿਹਦੇ ਕਾਰਨ ਡੱਚ ਤੇ ਅੰਗਰੇਜ਼ਾਂ ਨੇ ਬਾਅਦ ਚ ਸਮਝੌਤਾ ਕੀਤਾ ਸੀ, ਕਿਉਂਕਿ ਡੱਚ ਲੋਕਾਂ ਦੇ ਕੋਲ ਹੋਰ ਕਿਸੇ ਤਰ੍ਹਾਂ ਦਾ ਸੋਲੂਸ਼ਨ ਕੁਝ ਹੈ ਹੀ ਨਹੀਂ ਸੀ, ਉਹਨਾਂ ਨੂੰ ਸਮਝੌਤਾ ਕਰਨਾ ਹੀ ਪੈਣਾ ਸੀ, ਅਦਰਵਾਈਜ਼ ਉਹ ਡੱਚਾਂ ਨੂੰ ਖਤਮ ਕਰ ਦੇਣਾ ਸੀ ਅੰਗਰੇਜ਼ਾਂ ਨੇ। ਠੀਕ ਹੈ, ਉਹ ਡੱਚ ਲੋਕ ਜਿਹੜਾ ਬਦਲਾ ਲੈਣ ਦੇ ਲਈ ਆਏ ਸੀ, ਬਾਅਦ ਚ ਸਮਝੌਤਾ ਕਰਨਾ ਪੈ ਗਿਆ ਸੀਗਾ। ਉਸ ਤੋਂ ਬਾਅਦ ਇਹ ਕਲਾਈਵ ਅਤੇ ਕਰਨਾਟਕ ਦਾ ਤੀਸਰਾ ਯੁੱਧ। ਜਦੋਂ ਕਰਨਾਟਕ ਦਾ ਤੀਜਾ ਯੁੱਧ ਹੋਇਆ ਨਾ, ਉੱਥੋਂ ਦਾ ਇੱਕ ਅਧਿਕਾਰੀ ਸੀ ਫਰਾਂਸੀਸੀ ਅਧਿਕਾਰੀ ਕਿਊਟ ਡੀ ਲਾਲੀ। ਠੀਕ ਹੈ, तो लाली नाम दा पर्सन सीगा, कहंदे कि उन्हें एक सब तो वड्डी भुल ਇਹ ਕੀਤੀ ਸੀ ਜਿਹਦਾ ਫਾਇਦਾ ਉਠਾਇਆ ਸੀ। ਕਹਿੰਦੇ ਲਾਲੀ ਨੇ ਸੋਚਿਆ ਕਿਉਂ ਨਾ ਮੈਂ ਮਦਰਾਸ ਦੇ ਉੱਤੇ ਜਿੱਤ ਪ੍ਰਾਪਤ ਕਰ ਲਵਾਂ। ਠੀਕ ਹੈ, ਤੇ ਮਦਰਾਸ ਤੇ ਜਿੱਤ ਪ੍ਰਾਪਤ ਕਰਨ ਲਈ ਉਹਨੇ ਹੈਦਰਾਬਾਦ ਤੋਂ ਪਰਸਨ ਨੂੰ ਬੁਲਾਇਆ। ਸੈਨਾਪਤੀ ਦਾ ਨਾਮ ਸੀ ਬੁੱਸੇ। ठीक है, ਤੁਸੀਂ याद रखना। अच्छा, केवल ना नाम याद भुल जाता है, लाली नाम याद रखना। लाली ਜਿਹੜਾ ਸੀਗਾ ਪਰਸਨ, ਕਰਨਾਟਕ ਦਾ ਤੀਸਰਾ ਯੁੱਧ ਹੋਇਆ ਸੀ, ਫਰਾਂਸ ਦਾ ਬੰਦਾ ਸੀ, ਫਰਾਂਸੀਸੀ ਸੀ। ਇਹਨੇ ਸੋਚਿਆ ਕਿਉਂ ਨਾ ਮਦਰਾਸ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਜਾਵੇ, ਤੇ ਉਹਨੇ ਹੈਦਰਾਬਾਦ ਤੋਂ ਇੱਕ ਸੈਨਾਪਤੀ ਸੱਦਿਆ, ਨਾਮ ਸੀ ਬੂਸੇ। ਜਦੋਂ ਇਹ ਗੱਲ ਕਲਾਈਵ ਨੂੰ ਪਤਾ ਲੱਗੀ, ਕਲਾਈਵ ਨੇ ਵੀ ਕੀ ਕੀਤਾ, ਆਪਣੀ ਫੌਜ ਭੇਜਤੀ। ਕਲਾਈਵ ਨੇ ਜਿੱਦਾਂ ਹੀ ਫੌਜ ਭੇਜੀ, ਫਰਾਂਸੀਸੀ ਪਰਸਨ ਹਾਰ ਗਿਆ, ਜਿਹਦੇ ਕਰਕੇ ਕਹਿੰਦੇ ਫਿਰ ਤੋਂ ਉਹਨਾਂ ਨੂੰ ਸੰਧੀ ਕਰਨੀ ਪਈ ਅੰਗਰੇਜ਼ਾਂ ਦੇ ਨਾਲ। ਅੰਗਰੇਜ਼ਾਂ ਨਾਲ ਸੰਧੀ ਕਰਨੀ ਪਈ ਤੇ ਅੰਗਰੇਜ਼ਾਂ ਨੂੰ ਬਹੁਤ ਸਾਰਾ ਪਾਰਟ ਜਿਹੜਾ ਹੈਗਾ ਦੇਣਾ ਸਵੀਕਾਰ ਕਰਨਾ ਪਿਆ, ਤੇ ਉਹਨਾਂ ਨੂੰ ਇਹ ਵੀ ਕਹਿਣਾ ਪਿਆ ਕਿ ਉਹ ਭਵਿੱਖ ਦੇ ਵਿੱਚ ਕਿਸੇ ਵੀ ਫਰਾਂਸ ਦੇ ਬੰਦੇ ਨਾਲ ਸੰਬੰਧ ਨਹੀਂ ਰੱਖਣਗੇ। ਇਹਦੇ ਨਾਲ ਕੀ ਹੋਇਆ ਸੀ, ਹੈਦਰਾਬਾਦ ਦੇ ਵਿੱਚ ਪਹਿਲਾਂ ਫਰਾਂਸ ਦੇ ਪਰਸਨ ਰਹਿੰਦੇ ਸੀ, ਹੈਦਰਾਬਾਦ ਵਿੱਚ ਫਰਾਂਸੀਸੀ ਪਰਸਨ ਹੀ ਖਤਮ ਹੋ ਗਏ ਸੀ। ਕਹਿੰਦੇ ਇਸ ਤਰ੍ਹਾਂ ਕਲਾਈਵ ਨੇ ਇੰਨੀ ਜਲਦੀ ਜਿੱਤਾਂ ਪ੍ਰਾਪਤ ਕੀਤੀਆਂ ਕਿ ਕਲਾਈਵ ਜਿਹੜਾ ਸੀਗਾ ਸਭ ਪਾਸੇ ਤੋਂ ਪ੍ਰਸਿੱਧ ਹੋ ਗਿਆ ਸੀ। ਕਹਿੰਦੇ ਉਹਨੇ ਲੋਕਾਂ ਨੂੰ ਨਾ ਸਿਰਫ ਵਪਾਰ ਕਰਾਉਣ ਤੋਂ ਹਟਾਇਆ ਸੀ, ਬਲਕਿ ਖੁਦ ਉਹਨੇ ਫ੍ਰੀ ਟ੍ਰੇਡ ਯਾਨੀ ਕਿ ਫ੍ਰੀ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਸੀ ਦਿੰਦੇ, ਕਿਉਂਕਿ ਬੰਗਾਲ ਦਾ ਨਵਾਬ ਤਾਂ ਵੈਸੇ ਵੀ ਉਹਨੇ ਮੀਰ ਜਾਫਰ ਨੂੰ ਬਣਾਇਆ ਸੀ, ਤੇ ਮੀਰ ਜਾਫਰ ਤਾਂ ਅੰਗਰੇਜ਼ਾਂ ਦੇ ਹੱਥਾਂ ਦੀ ਕਠਪੁਤਲੀ ਸੀਗੀ। ਜਿੱਦਾਂ ਅੰਗਰੇਜ਼ ਕਹਿੰਦੇ ਸੀ, ਉਦਾਂ ਮੀਰ ਜਾਫਰ ਕਰ ਲੈਂਦਾ ਸੀ। ਉਸ ਤੋਂ ਬਾਅਦ ਇਹ ਕਲਾਈਵ ਦਾ ਗਵਰਨਰੀ ਦਾ ਦੂਜਾ ਕਾਲ। ਹੁਣ ਦੂਸਰਾ ਕਾਲ ਸਟਾਰਟ ਹੋ ਜਾਂਦਾ ਹੈ 1765 ਤੋਂ 1767। 2 ਸਾਲਾਂ ਦਾ ਕਾਲ ਹੈ, 1765 to 67। ਠੀਕ ਹੈ, ਕਲਾਈਵ ਨੇ ਕਹਿੰਦੇ ਦੂਸਰੀ ਵਾਰੀ ਜਦੋਂ ਉਸਨੂੰ ਗਵਰਨਰ ਬਣਾਇਆ ਗਿਆ ਸੀ, ਪਹਿਲਾਂ ਤਾਂ ਇਹ ਸੀਗਾ ਕਿ 1760 ਤੋਂ 65 ਤੱਕ ਤਾਂ ਉਹ ਬਿਲਕੁਲ ਹੀ ਦੂਰ ਰਿਹਾ ਸੀਗਾ, ਕਿਸੇ ਵੀ ਰਾਜਨੀਤਿਕ ਮਾਮਲੇ ਦੇ ਵਿੱਚ ਉਹਨੇ ਪਾਰਟਿਸਿਪੇਟ ਨਹੀਂ ਕੀਤਾ। ਹਾਂ, ਜਦੋਂ ਉਹ ਉੱਥੇ ਨਹੀਂ ਸੀਗਾ, ਉਦੋਂ ਕੌਣ ਸ਼ਾਸਨ ਕਰ ਰਿਹਾ ਸੀ, ਇਹ ਵੀ ਤਾਂ ਗੱਲ ਹੈ ਨਾ, ਕਿਉਂਕਿ ਕਲਾਈਵ ਤੋਂ ਹਟ ਗਿਆ ਮੈਂ ਕਿਹਾ, ਤਾਂ ਕਲਾਈਵ ਦੀ ਜਗ੍ਹਾ ਕੌਣ ਆਇਆ, ਹੌਲਵੈਲ। ਠੀਕ ਹੈ, ਵੈਸਟਾਰਟ, ਹੌਲਵੈਲ ਵੈਸਟਾਰਟ, 2 ਪਰਸਨ ਆਏ ਸੀਗੇ। ਕਹਿੰਦੇ ਇਹਨਾਂ ਨੇ ਕੰਪਨੀ ਦੀ ਹਾਲਤ ਇੰਨੀ ਮਾੜੀ ਕਰ ਦਿੱਤੀ ਸੀ ਦੋਵਾਂ ਪਰਸਨਾਂ ਨੇ। ਠੀਕ ਹੈ, ਕਹਿੰਦੇ ਜਿਹੜੇ ਲੋਕ ਵਪਾਰ ਕਰਦੇ ਸੀ ਉਹਨਾਂ ਵੱਲ ਧਿਆਨ ਨਹੀਂ ਦਿੱਤਾ, ਕੰਪਨੀ ਵੱਲ ਧਿਆਨ ਨਹੀਂ ਦਿੱਤਾ, ਕਿਸੇ ਵੀ ਤਰ੍ਹਾਂ ਦੇ ਕੋਈ ਤੋਹਫੇ ਨਹੀਂ ਦਿੱਤੇ, ਖਜ਼ਾਨਾ ਇਹਨਾਂ ਨੇ ਖਾਲੀ ਕਰਤਾ, ਸੈਨਿਕ ਸਹਾਇਤਾ ਇਹਨਾਂ ਨੂੰ ਨਹੀਂ ਸੀ ਮਿਲਦੀ ਪਈ। ਕਹਿੰਦੇ ਹਰ ਸਾਈਡ ਤੋਂ ਇਹਨਾਂ ਨੇ ਸਥਿਤੀ ਖਰਾਬ ਕਰ ਦਿੱਤੀ ਸੀ। ਠੀਕ ਹੈ, ਜਿਹਦੇ ਕਰਕੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਅਸੀਂ ਹੋਰ ਧਨ ਵੀ ਪ੍ਰਾਪਤ ਕਰੀਏ। ਹੁਣ ਹੋਰ ਧਨ ਕਿਹੜੇ ਤਰੀਕੇ ਨਾਲ ਮਿਲ ਸਕਦਾ ਵਾ, ਪਹਿਲਾਂ ਤਾਂ ਬੰਗਾਲ ਦਾ ਨਵਾਬ ਕੌਣ ਸੀ, ਮੀਰ ਜਾਫਰ। ਉਹਨਾਂ ਨੇ ਸੋਚਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਹੋਰ ਧਨ ਕਮਾਈਏ। ਕਿੰਨੇ ਸੋਚਿਆ ਸੀ, ਹੌਲਵੈਲ ਤੇ ਵੈਸਟਰਾਈਨ ਨੇ, ਦੋਨਾਂ ਨੇ ਸੋਚਿਆ ਕਿ ਕਿਉਂ ਨਾ ਕਿਸੇ ਹੋਰ ਤਰੀਕੇ ਦੇ ਨਾਲ ਧਨ ਕਮਾਣ। ਫਿਰ ਉਹਨਾਂ ਨੇ ਕੀ ਕੀਤਾ, ਮੀਰ ਜਾਫਰ ਨੂੰ ਹਟਾਤਾ ਪੋਜੀਸ਼ਨ ਤੋਂ, ਉਹਦੀ ਜਗ੍ਹਾ ਦੇ ਉੱਤੇ ਮੀਰ ਕਾਸਿਮ ਨੂੰ ਪੋਜੀਸ਼ਨ ਦੇ ਉੱਤੇ ਬਿਠਾ ਦਿੱਤਾ। ਹੁਣ ਤੁਸੀਂ ਆਪਣੇ ਆਪ ਸੋਚੋ, ਮੀਰ ਜਾਫਰ ਹਟ ਗਿਆ, ਮੀਰ ਕਾਸਿਮ ਲੱਗ ਗਿਆ ਉਹਦੀ ਜਗ੍ਹਾ ਦੇ ਉੱਤੇ। ਇਹਦਾ ਮਤਲਬ ਹੈਗਾ ਕਿ ਉਸ ਤੋਂ ਬਾਅਦ ਮੀਰ ਕਾਸਿਮ ਨਾਂ ਦਾ ਪਰਸਨ ਸੀ ਨਾ, ਉਹਨੇ ਬਹੁਤ ਸਾਰਾ ਧਨ ਦਿੱਤਾ। ਕਿਹਨੂੰ, ਆ ਜਿਹੜੇ 2 ਪਰਸਨ ਸੀ, ਹੌਲਵੈਲ ਤੇ ਵੈਸਟਾਰਟ ਨੂੰ। ਠੀਕ ਹੈ, ਉਸ ਤੋਂ ਬਾਅਦ ਕਲਾਈਵ ਦੀਆਂ ਸਮੱਸਿਆਵਾਂ। ਕਹਿੰਦੇ ਕਲਾਈਵ ਦੀ ਪ੍ਰੋਬਲਮ ਕੀ ਸੀ, ਸੋਚੋ, ਮੈਂ ਬੋਲਿਆ ਕਲਾਈਵ ਹਟ ਗਿਆ, ਇਹ ਚੀਜ਼ ਬੋਲੀ ਹੈ ਨਾ ਕਿ ਕਲਾਈਵ ਹਟ ਗਿਆ। ਹੁਣ ਅਗਰ ਕਲਾਈਵ ਹਟ ਗਿਆ, 2 ਪਰਸਨ ਆ ਗਏ, ਜਦੋਂ ਉਹਨਾਂ ਨੇ ਸਿਚੁਏਸ਼ਨ ਇੰਨੀ ਖਰਾਬ ਕਰ ਦਿੱਤੀ ਕੰਪਨੀ ਦੀ, ਫਿਰ ਕਲਾਈਵ ਦੁਬਾਰਾ ਆਇਆ। ਤੇ ਕਲਾਈਵ ਦੇ ਲਈ ਸਭ ਤੋਂ ਵੱਡੀ ਤੇ ਪ੍ਰੋਬਲਮ ਸੀਗੀ ਕਿ ਕਲਾਈਵ ਜਿਹੜਾ ਸੀਗਾ
ਕਹਿੰਦੇ ਉਸਨੇ ਕੀ ਕੀਤਾ, ਹੈਲੋਵੈਲ ਜਿੰਨੇ ਕੀ ਸਥਿਤੀ ਬਹੁਤ ਬੁਰੀ ਕਰ ਰੱਖੀ ਸੀਗੀ, ਕਹਿੰਦੇ ਫਿਰ ਜਦੋਂ ਦੂਜੀ ਵਾਰੀ ਗਵਰਨਰ ਬਣਿਆ ਸੀ ਨਾ, ਉਹਨੇ ਸਭ ਤੋਂ ਪਹਿਲਾਂ ਤਾਂ ਆਪਣਾ ਹੌਸਲਾ ਬੁਲੰਦ ਕੀਤਾ, ਬਹਾਦਰੀ ਦੇ ਨਾਲ, ਨਿਪੁੰਨਤਾ ਦੇ ਨਾਲ ਦੁਬਾਰਾ ਸਿਸਟਮ ਸਟਾਰਟ ਕੀਤਾ, ਭ੍ਰਿਸ਼ਟਾਚਾਰ ਬੰਦ ਕਰਵਾ ਦਿੱਤਾ, ਕਿਉਂਕਿ ਲੋਕ ਭ੍ਰਿਸ਼ਟ ਹੋ ਗਏ ਸੀਗੇ, ਜਿਹੜੇ ਕੰਪਨੀ ਦੇ ਮਾਲਿਕ ਸੀਗੇ ਸਾਰੇ ਭ੍ਰਿਸ਼ਟ ਹੋ ਗਏ ਸੀ, ਕਿ ਇਹ ਤਾਂ ਕੰਪਨੀ ਵੱਲ ਧਿਆਨ ਨਹੀਂ ਸੀ ਦਿੰਦੇ, ਨਾ ਹੈਲੋਵੈਲ ਤੇ ਨਾ ਵੈਸਟਾਰਟ, ਜਿਹਦੇ ਕਰਕੇ ਕਹਿੰਦੇ ਕਿ ਉਹਨਾਂ ਨੇ ਸੁਧਾਰ ਕੰਮ ਕੀਤੇ, ਸੁਧਾਰ ਸਿਸਟਮ ਕੀਤਾ। ਉਸ ਤੋਂ ਬਾਅਦ ਹੈ ਐਡਮਿਨਿਸਟ੍ਰੇਸ਼ਨ ਰਿਫਾਰਮ ਆਫ ਕਲਾਈਵ, ਠੀਕ ਹੈ। ਕਹਿੰਦੇ ਕਲਾਈਵ ਨੇ ਫਿਰ ਕਿਹੜੇ ਕਿਹੜੇ ਕੰਮ ਕੀਤੇ ਜਦੋਂ ਉਹ ਹੋਇਆ, ਸਭ ਤੋਂ ਪਹਿਲਾਂ ਤਾਂ ਉਹਨੇ ਕਹਿਤਾ ਕਿ ਜਿੰਨੇ ਵੀ ਕਰਮਚਾਰੀ ਤੋਹਫੇ ਵਗੈਰਾ ਦਿੰਦੇ ਆ, ਕਿਸੇ ਨੇ ਤੋਹਫਾ ਨਹੀਂ ਦੇਣਾ ਕਿਸੇ ਨੂੰ, ਠੀਕ ਹੈ, ਕਿਉਂਕਿ ਜਿਹੜੇ ਹੈਲੋਵੈਲ ਹੌਲਵੈਲ ਸੀਗਾ ਤੇ ਵੈਸਟਾਰਟ ਸੀਗੇ ਨਾ, ਦੋਵੇਂ ਪਰਸਨ ਇਹ ਵੱਧ ਤੋਂ ਵੱਧ ਤੋਹਫੇ ਲੈਂਦੇ ਸੀ, ਇਹਨਾਂ ਨੇ ਕਹਿ ਦਿੱਤਾ ਕਿਸੇ ਨੇ ਕੋਈ ਤੋਹਫਾ ਨਹੀਂ ਦੇਣਾ। ਉਸ ਤੋਂ ਬਾਅਦ ਉਹਨੇ ਨਿੱਜੀ ਵਪਾਰ ਬੰਦ ਕਰਵਾਤਾ ਕਿ ਕਿਸੇ ਨੇ ਆਪਣਾ ਨਿੱਜੀ ਵਪਾਰ ਨਹੀਂ ਕਰਨਾ, ਸਾਰਾ ਵਪਾਰ ਕੰਪਨੀ ਕਰੂਗੀ। ਆਪਾਂ ਬੋਲਦੇ ਨਾ ਬ੍ਰਿਟਿਸ਼ ਇੰਡੀਆ ਕੰਪਨੀ, ਤਾਂ ਬ੍ਰਿਟਿਸ਼ ਕਹਿੰਦੇ ਕੰਪਨੀ ਜਿਹੜੀ ਹੈਗੀ ਉਹੀ ਸਾਰੇ ਪਾਸੇ ਕੰਮ ਕਰੂਗੀ, ਤੁਸੀਂ ਕਿਸੇ ਨੇ ਕੋਈ ਕੰਮ ਨਹੀਂ ਕਰਨਾ। ਫਿਰ ਉਸਨੇ ਰਿਸ਼ਵਤਖੋਰੀ ਬੰਦ ਕਰ ਦਿੱਤੀ, ਕਰਪਸ਼ਨ ਬੰਦ ਕਰ ਦਿੱਤੀ, ਠੀਕ ਹੈ। ਇਸ ਤੋਂ ਇਲਾਵਾ ਕਹਿੰਦੇ ਉਹਨੇ ਯੋਗ ਅਧਿਕਾਰੀਆਂ ਨੂੰ ਪੋਜੀਸ਼ਨ ਦੇ ਉੱਤੇ ਰੱਖਿਆ ਤੇ ਬਾਕੀ ਸਾਰੇ ਅਧਿਕਾਰੀਆਂ ਨੂੰ ਹਟਾ ਦਿੱਤਾ। ਫਿਰ ਉਹਨੇ ਇਹ ਕੀਤਾ ਕਿ ਉਹਨੇ ਨਾ ਆਪਣੇ ਨਾਮ ਦੀ ਇੱਕ ਟਰਸਟ ਖੋਲੀ, ਟਰਸਟ ਦੇ ਵਿੱਚ ਉਹਨੇ ਕੀ ਕੀਤਾ, ਜਿੰਨੇ ਉਹਨੂੰ ਗਿਫਟਸ ਕਦੇ ਮਿਲੇ ਸੀ, ਜਿੰਨਾ ਉਹਨੂੰ ਕਦੇ ਪੈਸਾ ਮਿਲਿਆ ਸੀ, ਵੈਸੇ ਤਾਂ ਜਿੰਨਾ ਨਹੀਂ ਲਿਖ ਸਕਦੇ ਅਸੀਂ, 5 ਲੱਖ ਰੁਪਇਆ ਕਿਤੇ ਫੰਡ ਦੇ ਵਿੱਚ ਉਹਨੂੰ ਮਿਲ ਗਿਆ ਸੀ, ਤੇ ਉਹਨੇ ਸਾਰਾ ਦਾ ਸਾਰਾ ਚੱਕ ਕੇ ਨਾ ਉਹਦੇ ਵਿੱਚ ਕਹਿ ਦਿੱਤਾ ਸੀਗਾ ਕਿ ਇਹ ਕਿਸਮ ਦਾ ਇਦਾਂ ਦਾ ਫੰਡ ਹੈ ਜਿਹਦੇ ਵਿੱਚ ਜਿਹੜੇ ਲੋਕ ਅਸਮਰਥ ਨੇ, ਡਿਸੇਬਲ ਨੇ, ਆਪਣਾ ਕੰਮ ਆਪ ਨਹੀਂ ਕਰ ਸਕਦੇ, ਮੈਂ ਉਹਨਾਂ ਨੂੰ ਇਹਨਾਂ ਵਿੱਚੋਂ ਪੂੰਜੀ ਦੇ ਦੂੰਗਾ। ਕਿਉਂਕਿ ਤੁਸੀਂ ਸੋਚੋ ਉਸ ਟਾਈਮ ਪੀਰੀਅਡ ਦੇ ਵਿੱਚ ਤਾਂ ਇੱਕ ਪੈਸੇ ਦੀ ਚੀਜ਼ ਆ ਜਾਂਦੀ ਸੀ, ਮੈਂ ਸੁਣਿਆ ਹੀ ਹੋਇਆ ਵਾ, ਕੁਝ 54 10 ਪੈਸਾ 5 ਪੈਸਾ ਕੁਛ ਏਦਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਸੀ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ, ਤੋਂ ਇਹਦੇ ਨਾਲ ਵੀ ਸਮਾਨ ਆ ਜਾਂਦਾ ਸੀ। ਤੋਂ 5 ਲੱਖ ਤੋਂ ਕਈ ਗੁਣਾ ਜ਼ਿਆਦਾ ਹੈ, ਇਹਦੇ ਨਾਲ ਤਾਂ ਬਹੁਤ ਲੋਕਾਂ ਦਾ ਸੜ ਗਿਆ ਹੋਏਗਾ ਉਸ ਟਾਈਮ ਪੀਰੀਅਡ ਦੇ ਵਿੱਚ। ਉਸ ਤੋਂ ਬਾਅਦ ਉਹਨੇ ਮਿਲਟਰੀ ਵਿੱਚ ਕੀ ਸੁਧਾਰ ਕੀਤਾ ਸੀ, ਮਿਲਟਰੀ ਦੇ ਵਿੱਚ ਉਹਨੇ ਏਦਾਂ ਸੁਧਾਰ ਕੀਤਾ ਸੀ, ਉਹਨੇ ਸਾਰਿਆਂ ਨੂੰ ਨਾ ਭੱਤੇ ਦੇ ਦਿੱਤੇ। ਭੱਤੇ ਦੇਣ ਦਾ ਮਤਲਬ ਕਿ ਹਾਂ ਕਿ ਸਭ ਨੂੰ ਜਿਹੜੀ ਆ ਪੇਮੈਂਟ ਦਿੱਤੀ ਜਾਊਗੀ। ਉਸ ਤੋਂ ਇਲਾਵਾ ਹੈਗਾ ਵਾ ਕਿ ਉਹਨੇ ਪੇਮੈਂਟ ਤਾਂ ਦਿੱਤੀ, ਨਾਲ ਦੇ ਨਾਲ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਤਨਖਾਹਾਂ ਅਧਿਕਾਰੀਆਂ ਦੀਆਂ ਵਧਾਤੀਆਂ ਤਾਂ ਜੋ ਉਹ ਕਿਸੇ ਵੀ ਤਰੀਕੇ ਦੇ ਨਾਲ ਗਲਤ ਤਰੀਕੇ ਨਾਲ ਪੈਸਾ ਨਾ ਇਕੱਠਾ ਕਰ ਸਕਣ, ਠੀਕ ਹੈ। ਫਿਰ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਤਾਂ ਬੰਗਾਲ, ਬਿਹਾਰ ਤੇ ਉੜੀਸਾ ਦੇ ਵਿੱਚ ਕੰਮ ਕਰਨਗੇ ਬੰਦੇ, ਉਹਨਾਂ ਦੀਆਂ ਤਨਖਾਹਾਂ ਜ਼ਿਆਦਾ ਹੋਣਗੀਆਂ ਤੇ ਦੁੱਗਣੀਆਂ ਹੋਣਗੀਆਂ। ਜਿਹੜੇ ਨਾਰਮਲ ਅਸੀਂ ਇੱਥੋਂ ਹੀ ਕੰਮ ਕਰ ਰਹੇ ਹੈਗੇ ਬੰਦੇ, ਕਹਿੰਦੇ ਉਹਨਾਂ ਨੂੰ ਬਹੁਤੀ ਤਨਖਾਹ ਨਹੀਂ ਦਿੱਤੀ ਜਾਊਗੀ। ਅੱਛਾ, ਕੁਐਸਚਨ ਇਹ ਵੀ ਆਉਂਦਾ ਦਿਮਾਗ 'ਚ, ਕਿਉਂ ਬੰਗਾਲ, ਬਿਹਾਰ ਤੇ ਉੜੀਸਾ ਵਾਲਿਆਂ ਨੂੰ ਡਬਲ ਤਨਖਾਹਾਂ ਕਿਉਂ? ਦਰਅਸਲ ਇਹ ਇਦਾਂ ਦੀਆਂ ਸਟੇਟ ਸੀਗੀਆਂ ਜਿਹਦੇ ਵਿੱਚ ਬ੍ਰਿਟਿਸ਼ ਇੰਡੀਆ ਕੰਪਨੀ ਦਾ ਵਪਾਰ ਚੱਲਦਾ ਹੁੰਦਾ ਸੀ, ਤਾਂ ਉੱਥੇ ਸੁਰੱਖਿਆ ਵਿਧੀ ਵੀ ਜ਼ਿਆਦਾ ਲੋੜ ਸੀ, ਜਿਹਦੇ ਕਰਕੇ ਉਹਨਾਂ ਨੂੰ ਜ਼ਿਆਦਾ ਪੈਸਾ ਦਿੱਤਾ ਜਾਂਦਾ ਸੀ। ਫਿਰ ਹੌਲੀ-ਹੌਲੀ ਸਿਸਟਮ ਚੇਂਜ ਵੀ ਹੋਇਆ ਸੀ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਤਾਂ ਪਾਰਟਿਸਿਪੇਟ ਕਰਨਗੇ ਯੁੱਧ ਦੇ ਵਿੱਚ, ਤਨਖਾਹ ਉਹਨਾਂ ਨੂੰ ਵੀ ਚੰਗੀ ਦਿੱਤੀ ਜਾਏਗੀ। ਫਿਰ ਉਹਨਾਂ ਨੇ ਤਨਖਾਹਾਂ ਵੀ ਸੈੱਟ ਕਰਤੀਆਂ ਸੀ, 3 ਰੁਪਏ 6 ਰੁਪਏ 12 ਰੁਪਏ ਦਿੱਤੇ ਜਾਂਦੇ ਸੀਗੇ, ਠੀਕ ਹੈ। ਸੋ ਇਸ ਤਰ੍ਹਾਂ ਦਾ ਫਿਰ ਨਾ ਇੱਕ ਵਾਰੀ ਕੀ ਹੋਇਆ ਸੀਗਾ, ਭੱਤੇ ਬੰਦ ਕਰਵਾ ਦਿੱਤੇ, ਜਿੰਨੇ ਵੀ ਇਹਨਾਂ ਨੂੰ ਭੱਤੇ ਭੁੱਤੇ ਦਿੱਤੇ ਜਾਂਦੇ ਸੀ ਨਾ ਸਭ ਬੰਦ ਕਰਵਾ ਦਿੱਤੇ, ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਨੇ ਵਿਦਰੋਹ ਕਰ ਦਿੱਤਾ। ਲੋਕਾਂ ਨੇ ਨਹੀਂ, ਸੈਨਿਕਾਂ ਨੇ ਵਿਦਰੋਹ ਕਰਤਾ। ਲਾਰਡ ਕਲਾਈਵ ਨੇ ਸੋਚਿਆ ਜੇ ਇਸ ਟਾਈਮ ਮੈਂ ਸੈਨਿਕਾਂ ਦੇ ਵਿਦਰੋਹ ਨੂੰ ਐਕਸੈਪਟ ਕਰ ਲਵਾਂਗਾ, ਇਨ ਫਿਊਚਰ ਇਹ ਮੇਰੇ ਤੇ ਫਿਰ ਵਿਦਰੋਹ ਕਰ ਦੇਣਗੇ, ਜਿਹਦੇ ਕਰਕੇ ਕਲਾਈਵ ਨੇ ਇੰਨਾ ਬਹਾਦਰ ਹੋ ਕੇ ਮਤਲਬ ਕੰਮ ਕੀਤਾ ਕਿ ਉਹਨੇ ਹਰ ਇੱਕ ਜਿਹੜਾ ਵੀ ਉਸਦੀ ਆਲੋਚਨਾ ਕਰਦਾ ਸੀ, ਉਹਦੇ ਸਿਸਟਮ ਦੀ ਆਲੋਚਨਾ ਕਰਦਾ ਸੀ, ਉਹਨੇ ਉਹਨੂੰ ਖਤਮ ਕਰ ਦਿੱਤਾ, ਜਿਹਦੇ ਕਰਕੇ ਹੌਲੀ-ਹੌਲੀ ਲੋਕਾਂ ਨੇ, ਸੈਨਿਕਾਂ ਨੇ ਵਿਦਰੋਹ ਕਰਨਾ ਹੀ ਛੋੜ ਦਿੱਤਾ। ਇੱਥੋਂ ਪਤਾ ਲੱਗਦਾ ਹੈ ਕਿ ਲਾਰਡ ਕਲਾਈਵ ਕਿੰਨਾ ਜ਼ਿਆਦਾ ਹੌਸਲੇ ਦਾ ਬੁਲੰਦ ਇਨਸਾਨ ਸੀ ਕਿ ਉਹਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ, ਲੇਕਿਨ ਉਹ ਪਰਸੈਂਟਸ ਤੋਂ ਮਸ ਨਹੀਂ ਹੋਇਆ। ਉਸਨੇ ਬੋਲਿਆ ਨਹੀਂ, ਜੋ ਮੇਰਾ ਸਿਸਟਮ ਹੈ ਐਜ਼ ਇਟ ਇਜ਼ ਸਿਸਟਮ ਚੱਲੇਗਾ, ਇਸ ਤੋਂ ਇਲਾਵਾ ਕੋਈ ਸਿਸਟਮ ਨਹੀਂ ਚੱਲੇਗਾ। ਉਸ ਤੋਂ ਬਾਅਦ ਤੁਹਾਡਾ ਆ ਜਾਂਦਾ ਹੈ ਕਹਿੰਦੇ ਕਲਾਈਵ ਦੀ ਦੋਹਰੀ ਸ਼ਾਸਨ ਪ੍ਰਣਾਲੀ, ਸਿਵਲ ਡਿਊਲ ਸਿਸਟਮ ਆਫ ਗਵਰਨਮੈਂਟ, ਠੀਕ ਹੈ। ਕਲਾਈਵ ਨੇ ਦੋਹਰੀ ਸ਼ਾਸਨ ਪ੍ਰਣਾਲੀ ਚਲਾਈ। ਦੋਹਰੀ ਸ਼ਾਸਨ ਪ੍ਰਣਾਲੀ ਕਿੱਦਾਂ? ਕਹਿੰਦੇ ਕਿ ਉਹਨੇ ਆਪਣੇ ਸ਼ਾਸਨ ਕਾਲ ਨੂੰ ਨਾ 2 ਹਿੱਸਿਆਂ ਵਿੱਚ ਵੰਡ ਦਿੱਤਾ, ਇੱਕ ਨਿਜ਼ਾਮਤ ਕਰ ਦਿੱਤਾ, ਦੂਜਾ ਦੀਵਾਨੀ ਕਰ ਦਿੱਤਾ। ਕਹਿੰਦਾ ਨਵਾਬ ਬਣਾਇਆ, ਨਵਾਬ ਦੇ ਕੰਟਰੋਲ 'ਚ ਉਹਨੇ ਪੂਰਾ ਦਾ ਪੂਰਾ ਐਡਮਿਨਿਸਟ੍ਰੇਸ਼ਨ, ਜਿੱਦਾਂ ਪੁਲਿਸ ਪ੍ਰਬੰਧ, ਸ਼ਾਂਤੀ ਦਾ ਪ੍ਰਬੰਧ, ਨਿਆਂ ਦਾ ਪ੍ਰਬੰਧ, ਕਹਿੰਦੇ ਸਾਰਾ ਦਾ ਸਾਰਾ ਉਹਨੇ ਨਵਾਬ ਨੂੰ ਦੇ ਦਿੱਤਾ। ਤੇ ਨਵਾਬ ਨੂੰ ਕਿਹਾ ਕਿ ਉਹ 53 ਲੱਖ ਤੁਹਾਨੂੰ 1 ਈਅਰ ਦੇ ਲਈ ਪੇਮੈਂਟ ਦੇ ਦੇਣਗੇ, ਠੀਕ ਹੈ। 1 ਈਅਰ ਦੇ ਲਈ 53 ਲੱਖ ਪੇਮੈਂਟ ਦੇ ਦੇਣਗੇ, ਜੋ ਵੀ ਪੁਲਿਸ ਦਾ ਪ੍ਰਬੰਧ ਹੈ, ਸ਼ਾਂਤੀ ਦਾ ਪ੍ਰਬੰਧ ਹੈ, ਨਿਆਂ ਦਾ ਪ੍ਰਬੰਧ ਹੈ, ਸਾਰਾ ਕੁਝ ਤੁਸੀਂ ਕਰਨਾ ਹੈ। ਦੂਸਰੇ ਵਿੱਚ ਉਹਨਾਂ ਨੇ
ਨਿਜ਼ਾਮਤ ਨਾਮ ਦਾ ਇੱਕ ਪਰਸਨ ਨਿਯੁਕਤ ਕਰਤਾ ਸੀ ਜਿਹਦਾ ਕੰਮ ਟੈਕਸ ਨੂੰ ਇਕੱਠਾ ਕਰਨਾ ਸੀ। ਅੱਛਾ, ਇਹ ਪਰਸਨ ਚਲਾਕ ਬਹੁਤ ਸੀ। ਨਿਜ਼ਾਮਤ ਦੇ ਵਿੱਚ ਇਹਨਾਂ ਨੇ ਨਾ ਅੰਗਰੇਜ਼ ਅਧਿਕਾਰੀ ਨਿਯੁਕਤ ਕਰਤਾ ਸੀ। ਹੁਣ ਤੁਸੀਂ ਦੇਖੋ, ਨਿਜ਼ਾਮਤ ਦੇ ਵਿੱਚ ਜਦੋਂ ਇਹ ਪਰਸਨ ਕਿਸੇ ਅੰਗਰੇਜ਼ ਅਧਿਕਾਰੀ ਨੂੰ ਨਿਯੁਕਤ ਕਰ ਦੇਗਾ, ਇਹਦਾ ਮਤਲਬ ਤਾਂ ਇਹੀ ਹੋਇਆ ਨਾ ਕਿ ਅੰਗਰੇਜ਼ ਅਧਿਕਾਰੀ ਦੇ ਕੰਟਰੋਲ ਦੇ ਵਿੱਚ ਸਾਰਾ ਟੈਕਸ ਆ ਗਿਆ। ਠੀਕ ਹੈ, ਉਹ ਕੀ ਕਰਦੇ ਸੀ, ਉਹਦੀ ਨਿਯੁਕਤੀ ਤੋਂ ਹੀ ਕਹਿੰਦਾ ਸਪਸ਼ਟ ਹੋ ਗਿਆ ਸੀ ਕਿ ਸਾਰੀ ਦੀ ਸਾਰੀ ਸ਼ਕਤੀ ਅੰਗਰੇਜ਼ਾਂ ਦੇ ਕੋਲ ਆ, ਟੈਕਸ ਅੰਗਰੇਜ਼ਾਂ ਨੇ ਇਕੱਠੇ ਕਰਨੇ ਆ, ਟੈਕਸ ਦੇ ਵਿੱਚੋਂ ਜੋ ਵੀ ਚੀਜ਼ ਬਚਦੀ ਆ ਸਾਰੀ ਅੰਗਰੇਜ਼ਾਂ ਦੇ ਕੋਲ ਆ ਜਾਏਗੀ। ਲੇਕਿਨ ਅੰਗਰੇਜ਼ਾਂ ਦੀ ਕੋਈ ਰਿਸਪੌਂਸਿਬਿਲਿਟੀ ਨਹੀਂ ਹੈ ਕਿਉਂਕਿ ਉਹਨਾਂ ਨੇ ਆਪਣੇ ਅੰਡਰ ਹੋਰ ਵੀ ਅਧਿਕਾਰੀ ਲਗਾਏ ਹੋਏ ਸੀਗੇ। ਠੀਕ ਹੈ, ਸੋ ਇਸ ਤਰ੍ਹਾਂ ਦੀ ਚੀਜ਼। ਉਸ ਤੋਂ ਬਾਅਦ ਹੈਗਾ ਕਹਿੰਦੇ ਫੀਚਰਸ ਆਫ ਦ ਡਿਊਅਲ ਸਿਸਟਮ ਆਫ ਗਵਰਨਮੈਂਟ। ਕਹਿੰਦੇ ਅੱਛਾ ਫੀਚਰ ਦੱਸੋ, ਮਤਲਬ ਕਿ ਵਿਸ਼ੇਸ਼ਤਾਵਾਂ ਦੱਸੋ। ਅਸੀਂ ਕਹਿਣਾ ਕਿ ਬੰਗਾਲ, ਬਿਹਾਰ, ਉੜੀਸਾ ਜਿਹੜਾ ਸੀਗਾ ਇਹਨਾਂ ਦੇ ਵਿੱਚ ਦੋ ਸ਼ਾਸਨ ਪ੍ਰਣਾਲੀਆਂ ਕੰਮ ਕਰਨ ਲੱਗ ਗਈਆਂ ਸੀ ਕਿਉਂਕਿ ਇੱਕ ਪੁਲਿਸ ਵਾਲਾ ਪ੍ਰਬੰਧ ਹੋ ਗਿਆ, ਦੂਜਾ ਟੈਕਸ ਇਕੱਠਾ ਕਰਨ ਵਾਲਾ ਪ੍ਰਬੰਧ ਹੋ ਗਿਆ। ਟੈਕਸ ਇਕੱਠਾ ਕਰਦੇ ਸੀ ਅੰਗਰੇਜ਼, ਅੰਗਰੇਜ਼ਾਂ ਨੂੰ ਬੈਨੀਫਿਟ ਸੀ। ਕਹਿੰਦੇ ਕਿ ਉਸ ਤੋਂ ਇਲਾਵਾ ਕਹਿੰਦੇ 53 ਲੱਖ 1 ਈਅਰ ਦੀ ਇਨਕਮ ਮਿਲ ਗਈ ਸੀ ਰਾਜਿਆਂ ਨੂੰ। ਠੀਕ ਹੈ, ਉਸ ਤੋਂ ਇਲਾਵਾ ਕਹਿੰਦੇ ਕਾਰ ਇਕੱਠਾ ਕਰਨ ਦੇ ਲਈ ਪਹਿਲਾਂ ਹੀ ਉਹਨੇ ਅੰਗਰੇਜ਼ ਲਗਾਤੇ ਹੋਏ ਸੀ, ਸਾਰਾ ਦਾ ਸਾਰਾ ਸਿਸਟਮ ਹੈਗਾ ਹੀ ਅੰਗਰੇਜ਼ਾਂ ਦੇ ਕੋਲ ਸੀਗਾ। ਕਹਿੰਦੇ ਕਿ ਸੈਨਿਕ ਸ਼ਕਤੀ ਤਾਂ ਸਿਰਫ ਅੰਗਰੇਜ਼ਾਂ ਦੇ ਹੱਥ ਵਿੱਚ ਹੀ ਸੀ, ਐਵੇਂ ਲਿਖਣ ਨੂੰ ਹੀ ਕਹਿ ਦਿੱਤਾ ਸੀ ਕਿ ਸੈਨਿਕ ਪ੍ਰਬੰਧ ਵੀ ਮਹਾਰਾਜ ਤੇ ਨਵਾਬ ਕਰਨਗੇ। ਕਹਿੰਦੇ ਦੇਖਿਆ ਜਾਵੇ ਤਾਂ ਐਕਚੁਅਲ ਦੇ ਵਿੱਚ ਸੈਨਿਕ ਪਾਵਰ ਵੀ ਕਿਹਨਾਂ ਦੇ ਕੋਲ ਸੀ, ਸਾਰੀ ਦੀ ਸਾਰੀ ਸੈਨਿਕ ਪਾਵਰ ਵੀ ਜਿਹੜੀ ਉਹ ਹੈਗੀ ਸੀਗੀ ਸਾਡੇ ਮਤਲਬ ਅੰਗਰੇਜ਼ਾਂ ਦੇ ਕੋਲ। ਕਹਿੰਦੇ ਕਿ ਦੋਹਰੀ ਸ਼ਾਸਨ ਪ੍ਰਣਾਲੀ ਦੇ ਗੁਣ ਲਿਖੋ। ਅਸੀਂ ਕਹਿਣਾ ਕਿ ਬੰਗਾਲ, ਬਿਹਾਰ, ਉੜੀਸਾ ਅੰਗਰੇਜ਼ਾਂ ਦੇ ਕੋਲ ਸੀ। ਇਹਨਾਂ ਦੇ ਵਿੱਚ ਜਿੰਨੇ ਵੀ ਪਰਸਨ ਕੰਮ ਕਰਨ ਦੇ ਲਈ ਲਗਾਏ ਸੀਗੇ ਉਹ ਅੰਗਰੇਜ਼ਾਂ ਦੇ ਹੱਥਾਂ ਦੀ ਕਠਪੁਤਲੀ ਸੀਗੇ। ਠੀਕ ਹੈ, ਕਹਿੰਦੇ ਕਿ ਅਸੀਂ ਦੇਖਦੇ ਹਾਂ ਕਿ ਦੋਹਰੀ ਸ਼ਾਸਨ ਪ੍ਰਣਾਲੀ ਨੇ ਬੰਗਾਲ ਦੀ ਸਰਵਉੱਚਤਾ ਲਈ ਕੰਪਨੀ ਅਤੇ ਨਵਾਬ ਦੇ ਵਿਚਕਾਰ, ਕੰਪਨੀ ਤੇ ਨਵਾਬ ਦੋਨਾਂ ਦੇ ਵਿਚਕਾਰ ਜਿਹੜਾ ਸੰਘਰਸ਼ ਸੀਗਾ ਕਹਿੰਦੇ ਉਹਦਾ ਅੰਤ ਕਰਤਾ। ਅੰਗਰੇਜ਼ਾਂ ਦੇ ਹੱਥ ਪਾਵਰ ਆ ਗਈ, ਨਵਾਬ ਕਹਿੰਦੇ ਅਸਲੀ ਰੂਪ ਵਿੱਚ ਉਹਨਾਂ ਦੇ ਅਧੀਨ ਆ ਗਿਆ ਸੀ ਕਿਉਂਕਿ ਜਿਹੜਾ ਬੰਗਾਲ, ਬਿਹਾਰ ਤੇ ਉੜੀਸਾ ਸੀ ਨਾ ਇਹਨਾਂ ਨੂੰ ਜਿੱਤ ਲਿਆ ਸੀ। ਜਿੱਤ ਕੇ ਮੀਰ ਜਾਫਰ ਉੱਥੇ ਬਿਠਾ ਦਿੱਤਾ, ਮੀਰ ਜਾਫਰ ਨੂੰ ਆਪਣੇ ਹੱਥਾਂ ਦੀ ਕਠਪੁਤਲੀ ਬਣਾ ਲਿਆ। ਇਹਦਾ ਮਤਲਬ ਕੀ ਸੀ, ਤਿੰਨੇ ਦੇ ਤਿੰਨੇ ਸਟੇਟਸ ਜਿਹੜੀਆਂ ਸੀਗੀਆਂ ਅੰਗਰੇਜ਼ਾਂ ਕੋਲ ਚਲੀਆਂ ਗਈਆਂ। ਕਹਿੰਦੇ ਇਹ ਕੀ ਕਰਦੇ ਸੀਗੇ, ਸਾਰੀ ਦੀ ਸਾਰੀ ਜਾਣਕਾਰੀ ਕਹਿੰਦੇ ਲੋਕਾਂ ਨੂੰ ਦੇਣ ਦੀ ਬਜਾਏ ਕਹਿੰਦੇ ਸਾਰੀ ਦੀ ਸਾਰੀ ਜਾਣਕਾਰੀ ਇਹ ਆਪਣੇ ਹੱਥਾਂ ਦੇ ਵਿੱਚ ਰੱਖਦੇ ਸੀ। ਕਹਿੰਦੇ ਲੋਕਾਂ ਨੂੰ ਇੱਕ ਕਿਸਮ ਦਾ ਭੁਲੇਖਾ ਰੱਖਿਆ ਹੋਇਆ ਸੀਗਾ ਕਿ ਸਾਰੀ ਦੀ ਸਾਰੀ ਸ਼ਕਤੀ ਨਵਾਬ ਦੇ ਕੋਲ ਆ, ਐਦਾਂ ਦਾ ਕੁਝ ਨਹੀਂ ਸੀ। ਉਸ ਤੋਂ ਬਾਅਦ ਇਹ ਕਹਿੰਦੇ ਮਰਾਠੇ ਖਤਮ ਹੋ ਗਏ, ਮਰਾਠਿਆਂ ਦਾ ਯੁੱਗ ਖਤਮ ਹੋ ਗਿਆ। ਕਹਿੰਦੇ ਇਸ ਵੇਲੇ ਕੰਪਨੀ ਦੇ ਕੋਲ ਤਜਰਬੇਕਾਰ ਸੈਨਿਕ ਨਹੀਂ ਸੀ, ਅਕਲਮੰਦ ਸੈਨਿਕ ਹੀ ਐ ਨਹੀਂ ਸੀਗੀ। ਠੀਕ ਹੈ, ਜਿਹਦੇ ਕਰਕੇ ਕਹਿੰਦੇ ਕੰਪਨੀ ਕੋਲ ਤਜਰਬੇਕਾਰ ਤੇ ਯੋਗ ਕਰਮਚਾਰੀਆਂ ਦੀ ਘਾਟ ਸੀਗੀ, ਜਿਹਦੇ ਕਰਕੇ ਅੰਗਰੇਜ਼ਾਂ ਨੇ ਸਾਰਾ ਦਾ ਸਾਰਾ ਸ਼ਾਸਨ ਪ੍ਰਬੰਧ ਸਿੱਧਾ ਆਪਣੇ ਹੱਥਾਂ ਵਿੱਚ ਲੈ ਲਿਆ ਕਿਉਂਕਿ ਜੇ ਬੰਦੇ ਇੰਨੇ ਹੀ ਜ਼ਿਆਦਾ ਵਧੀਆ ਹੁੰਦੇ ਤਾਂ ਪੰਜਾਬ ਦੇ ਉੱਤੇ ਕਦੇ ਅੰਗਰੇਜ਼ਾਂ ਦਾ ਅਧਿਕਾਰ ਹੀ ਨਾ ਹੋਣ ਦਿੰਦੇ। ਲੋਕਾਂ ਦੇ ਕੋਲ ਸ਼ਾਸਨ ਹੀ ਹੈ ਨਹੀਂ ਸੀ। ਠੀਕ ਹੈ, ਸੋ ਇਸ ਤਰ੍ਹਾਂ। ਨੈਕਸਟ ਹੈ ਜੀ ਕਹਿੰਦੇ ਡੀਮੈਰਿਟਸ ਆਫ ਦ ਡਿਊਅਲ ਸਿਸਟਮ। ਕਹਿੰਦੇ ਡਿਊਅਲ ਸਿਸਟਮ ਦਾ ਡੀਮੈਰਿਟਸ ਲਿਖੋ। ਅੱਛਾ, ਡਿਊਅਲ ਸਿਸਟਮ ਦਾ ਹੁਣ ਡੀਮੈਰਿਟਸ ਇਹ ਹੈਗਾ ਵਾ, ਕਹਿੰਦੇ ਨਵਾਬ ਦੇ ਕੋਲ ਹੁਣ ਧਨ ਨਹੀਂ ਸੀ। ਠੀਕ ਹੈ, ਕਹਿੰਦੇ ਜਿਹਦੇ ਕਰਕੇ ਉਹ ਆਪਣੇ ਸਿਸਟਮ ਨੂੰ ਅੱਛੇ ਤਰੀਕੇ ਨਾਲ ਚਲਾ ਨਹੀਂ ਸੀ ਰਿਹਾ ਬਿਕੋਜ਼ ਪੁਲਿਸ ਪ੍ਰਬੰਧ ਹੋ ਗਿਆ, ਨਿਆਂ ਦਾ ਪ੍ਰਬੰਧ ਹੋ ਗਿਆ, ਇਹ ਸਾਰਾ ਦਾ ਸਾਰਾ ਸਿਸਟਮ ਚੱਲਣਾ ਤਾਂ ਸੀ ਲੇਕਿਨ ਨਵਾਬ ਦੇ ਕੋਲ ਪੈਸਾ ਹੀ ਨਹੀਂ ਸੀ ਨਾ ਸਿਸਟਮ ਨੂੰ ਚਲਾਉਣ ਦੇ ਲਈ। ਠੀਕ ਹੈ, ਉਸ ਤੋਂ ਬਾਅਦ ਸੀ ਕਹਿੰਦੇ ਧਨ ਦੀ ਘਾਟ ਸੀਗੀ ਜਿਹਦੇ ਕਰਕੇ ਨਵਾਬ ਦੇ ਜਿਹੜੇ ਅਧਿਕਾਰੀ ਸੀ ਉਹ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਸੀ। ਦੇਖੋ ਨਵਾਬ ਨੂੰ ਤਾਂ ਧਨ ਦੀ ਜ਼ਰੂਰਤ ਹੋਏਗੀ, ਅੰਗਰੇਜ਼ ਨਹੀਂ ਦਊਗੇ ਤੇ ਜਿਹੜਾ ਨਵਾਬ ਦੇ ਅੰਡਰ ਅਧਿਕਾਰੀ ਹੋਣਗੇ ਨਵਾਬ ਉਹਨਾਂ ਨੂੰ ਪਰੇਸ਼ਾਨ ਕਰੇਗਾ। ਹੁਣ ਜਿਹੜੇ ਅੰਡਰ ਅਧਿਕਾਰੀ ਨੇ ਉਹ ਫਾਰਮਰ ਨੂੰ ਪਰੇਸ਼ਾਨ ਕਰਨਗੇ ਕਿ ਮੈਨੂੰ ਟੈਕਸ ਪੇ ਕਰੋ, ਮੈਂ ਨੈਕਸਟ ਟੈਕਸ ਪੇ ਕਰਨਾ ਵਾ। ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਕ੍ਰੀਏਟ ਹੋ ਗਈਆਂ ਸੀ। ਜ਼ਮੀਂਦਾਰ ਤੰਗ ਆ ਗਏ ਸੀ ਕਿਉਂਕਿ ਟੈਕਸ ਬਹੁਤ ਜ਼ਿਆਦਾ ਸੀ, ਇੰਨਾ ਟੈਕਸ ਤਾਂ ਮਤਲਬ ਉਹ ਦੇ ਵੀ ਨਹੀਂ ਸੀ ਸਕਦੇ। ਜ਼ਮੀਂਦਾਰ ਜੰਗਲਾਂ ਦੇ ਵਿੱਚ ਭੱਜ ਗਏ ਸੀ। ਅੰਗਰੇਜ਼ਾਂ ਨੂੰ ਕਹਿੰਦੇ ਬਹੁਤ ਸਾਰੀਆਂ ਸਹੂਲਤਾਂ ਮਿਲ ਗਈਆਂ ਸੀਗੀਆਂ ਪਰ ਕਹਿੰਦੇ ਕਿ ਅੰਗਰੇਜ਼ਾਂ ਨੇ ਜਿਹੜੀਆਂ ਸਹੂਲਤਾਂ ਮਿਲੀਆਂ ਸੀ ਉਹਨਾਂ ਦਾ ਇਹ ਪ੍ਰਬੰਧ ਕੀਤਾ ਸੀ ਕਿ ਉਹ ਭਾਰਤੀਆਂ ਦਾ ਵਪਾਰ ਬੰਦ ਹੋ ਗਿਆ ਸੀ ਉਹਦੇ ਨਾਲ ਕਿਉਂਕਿ ਭਾਰਤੀ ਲੋਕਾਂ ਦੇ ਕੋਲ ਟੈਕਨੋਲੋਜੀ ਨਹੀਂ ਹੈ। ਠੀਕ ਹੈ, ਉਹ ਤਾਂ ਜਸਟ ਆਪਣੇ ਹੱਥਾਂ ਨਾਲ ਬੁਣਾਈ ਕਢਾਈ ਜੋ ਵੀ ਹੈਗਾ ਕਰਨਗੇ ਦੈਨ ਉਸਨੂੰ ਸੇਲ ਕਰਨਗੇ। ਬ੍ਰਿਟਿਸ਼ ਦੇ ਕੋਲ ਕੀ ਹੈ, ਟੈਕਨੋਲੋਜੀ ਹੈ। ਬ੍ਰਿਟਿਸ਼ ਕੀ ਕਰੇਗੀ, ਆਪਣਾ ਮਟੀਰੀਅਲ ਜਿਹੜਾ ਹੈਗਾ ਬਾਇਓਰ ਸੇਲ ਕਰੇਗੀ ਰੈਦਰ ਦੈਨ ਦਾ ਇੰਡੀਅਨ ਮਟੀਰੀਅਲ। ਠੀਕ ਹੈ,
तो उस तो बाद तुहाडा हैगा वा कहंदे दोहरी शासन प्रणाली दे नाल जिहड़ा हैगा वा कहंदे कि भारतीयां नूं रेशम दा कपड़ा बनाउण दी भी मनाही करती सी कि तुसीं नहीं बनाउणा। ठीक है, उन्हां नूं किहा सी तुसीं अंग्रेजां दे कारखानिਆਂ दे विच काम करो। ठीक है, सो ਇਹਦੇ ਨਾਲ ਕੀ ਹੋਇਆ ਸੀ, ਹਜ਼ਾਰਾਂ ਕਰਮਚਾਰੀਆਂ ਦੇ ਮੂੰਹ ਦੇ ਵਿੱਚ ਉਹਨਾਂ ਦੀ ਇੱਕ ਕਿਸਮ ਦੀ ਰੋਟੀ ਖੋਲੀ ਸੀ, ਕਿਉਂਕਿ ਜਿਹੜੇ ਲੋਕ ਆਪਣਾ ਕੰਮ ਆਪ ਕਰਦੇ ਆ ਉਹਨਾਂ ਨੂੰ ਬੋਲਿਆ ਸੀ ਨਹੀਂ ਤੁਸੀਂ ਕਰਨਾ ਹੀ ਨਹੀਂ ਹੈ, ਤੁਸੀਂ ਸਭ ਨੇ ਕੰਮ ਕਿੱਥੇ ਕਰਨਾ, ਅੰਗਰੇਜ਼ਾਂ ਦੀ ਕੰਪਨੀ ਦੇ ਕੋਲ ਆ ਕੇ। ਉਸ ਤੋਂ ਬਾਅਦ ਹੈਗਾ ਕਹਿੰਦੇ ਦੋਹਰੀ ਸ਼ਾਸਨ ਪ੍ਰਣਾਲੀ ਜਦੋਂ ਹੋਈ ਸੀ, ਕਹਿੰਦੇ ਭਾਰਤ ਦੇ ਕਿਸਾਨ, ਵਪਾਰੀ, ਸ਼ਿਲਪਕਾਰ, ਠੀਕ ਹੈ, ਮਜ਼ਦੂਰ ਕਹਿੰਦੇ ਸਾਰੇ ਨਿਰਾਸ਼ ਹੋ ਗਏ ਸੀਗੇ। ठीक है, क्योंकि उन्होंने किसी तरह की कोई सुरक्षा ही नहीं दी दोहरी शासन प्रणाली दे विच, उन्हां दा जीवन स्टाइल जो सीगा टोटली खराब हो गया सी। ठीक है, उस तो बाद तुहाडा हैगा वा कहंदे कंपनी दे कर्मचारियों ते कोई रोक नहीं सी, वो पूरे बुरे ढंग नाल शोषण करदे आ। जदों मैं ये चीज बोली है ना कंपनी दे कर्मचारी, ਇਹਦਾ मतलब है ब्रिटिश इंडिया कंपनी जिहड़ी चलाई सी, कोई कर्मचारियों ते रोक नहीं सी, वो सडनली अटैक करदे सी बंदे दे उत्ते। ठीक है, उस तो बाद एक कंपनी दा जिहड़ा नया प्रबंध सी उन्होंने भी बहुत धक्का लगा सी। हुण नया प्रबंध नूं किदां धक्का लगना, क्योंकि जज जिहड़े सी कंपनी दे मामलिਆਂ ਦੇ ਵਿੱਚ दखल दिंदे सी, पक्षपात करदे सीगे। ਸਾਡੇ ਜਿਹੜੇ ਇੰਡੀਆ ਦੇ ਪਰਸਨ ਲੱਗੇ ਹੋਏ ਸੀ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਨਿਆਂ ਨਹੀਂ ਸੀ ਮਿਲਦਾ। ਠੀਕ ਹੈ, ਕਹਿੰਦੇ ਕੰਪਨੀ ਦੇ ਕਰਮਚਾਰੀ ਸੀ ਨਿੱਜੀ ਵਪਾਰ 'ਚ ਜ਼ਿਆਦਾ ਰੁਚੀ ਲੈਂਦੇ ਸੀ ਤੇ ਉਹਨਾਂ ਨੇ ਨਵਾਬ ਪਾਸਿਓਂ ਕੋਈ ਵੀ ਪਾਬੰਦੀ ਨਹੀਂ ਸੀ, ਕਿਉਂਕਿ ਨਵਾਬ ਤਾਂ ਪਹਿਲਾਂ ਹੀ ਉਹਨਾਂ ਦੇ ਹੱਥਾਂ ਦੀ ਕਠਪੁਤਲੀ ਸੀਗਾ, ਟੈਕਸ ਉਹਨਾਂ ਨੇ ਪੇ ਨਹੀਂ ਕਰਨਾ, ਵਪਾਰ ਉਹ ਚਲਾ ਰਹੇ ਸੀਗੇ। ਠੀਕ ਹੈ, ਨਵਾਬ ਕਠਪੁਤਲੀ ਸੀ, ਨਵਾਬ ਕਿਸੇ ਤਰ੍ਹਾਂ ਦੀ ਰੋਕ ਨਹੀਂ ਸੀ ਲਗਾ ਸਕਦਾ, ਯਾਨੀ ਕਿ ਸਿਸਟਮ ਟੋਟਲੀ ਖਰਾਬ ਹੋ ਗਿਆ ਸੀਗਾ। ਕਦੋਂ, ਕਲਾਈਵ ਦੇ ਟਾਈਮ ਪੀਰੀਅਡ, ਇਹ ਸਭ ਕੁਝ ਕਲਾਈਵ ਨੇ ਕੀਤਾ ਹੈ। ठीक है, कि अंग्रेजां दा साम्राज्य स्थापित करके भारत दी स्थिति जिहड़ी हैगी आ डाउन कर दित्ती सी। किन्ने डाउन कीती सी, अंग्रेजां ने। ठीक है, उस तो बाद तुहाडा आ जांदा है कहंदे कि क्लाइव दा स्वदेश मुड़ना अते मौत। क्लाइव दी ना सेहत बिगड़ गई सी, जिहदे करके क्लाइव इंग्लैंड चलिया गया सी। ਕਹਿੰਦੇ ਉੱਥੇ ਦੁਸ਼ਮਣਾਂ ਨੇ ਉਸ ਉੱਤੇ ਰਿਸ਼ਵਤ ਲੈਣ ਦੇ ਸਬੰਧ ਦੇ ਵਿੱਚ, ਠੀਕ ਹੈ, ਉਹਨਾਂ ਤੇ ਬੁਰਾ ਸਲੂਕ ਕਰਨ ਦੇ ਸਬੰਧ ਵਿੱਚ, ਸਰਾਜੂਦੋਲਾ ਨਾਲ ਗਲਤ ਸਲੂਕ ਕਰਨ ਦੇ ਵਿੱਚ ਦੋਸ਼ ਲਗਾ ਦਿੱਤੇ ਸੀ। ਕਹਿੰਦੇ ਕਾਫੀ ਵਾਦ ਵਿਵਾਦ ਹੋਇਆ, ਕਲਾਈਵ ਮੁਕਤ ਤਾਂ ਹੋ ਗਿਆ ਸੀ ਇਹਨਾਂ ਸਾਰੀਆਂ ਚੀਜ਼ਾਂ ਤੋਂ। ਕਹਿੰਦੇ ਕਿ ਉਸ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਵਿੱਚ ਇੱਕ ਪ੍ਰਸਤਾਵ ਵੀ ਪਾਸ ਕੀਤਾ, ਪਰ ਕਲਾਈਵ ਦੇ ਦਿਲ 'ਚ ਦੁੱਖ ਸੀਗਾ, ਜਿਹਦੇ ਕਰਕੇ ਉਹਨੇ ਆਤਮ ਹੱਤਿਆ ਕਰ ਲਈ ਸੀ ਕਲਾਈਵ ਨੇ। ਠੀਕ ਹੈ, क्योंकि क्लाइव ने सोचा मैं इन्ना टाइम कंपनी नूं दिता, इन्नियां जित्तां लड़ियां, फिर भी जदों मेरी सेहत बिगड़ गई, जदों मैं इंग्लैंड जा रहा वां ते तुसीं मेरे ते सारे आरोप लगा दित्ते, जिहदे करके वो पर्सन नूं बहुत हर्ट होया, ਉਹਨੇ खुद ही अपनी आत्म हत्या कर ली। आत्म हत्या वैसे बंदा खुद ही करदा वा, कोई जबरदस्ती नहीं हुंदी। इस दे नाल ही जिहड़ा क्लाइव दा जिहड़ा पोर्शन सीगा ਇਹ टोटली जिहड़ा हैगा तुहाडा खत्म हुंदा वा। ठीक है, तो नेक्स्ट चलिए। नेक्स्ट सीगा तुहाडी सहायक संधि। ठीक है, नेक्स्ट क्वेश्चन जिहड़ा हैगा तुहाडी सहायक संधि। कहंदे सहायक संधि प्रणाली की है, कहंदे ਇਹ ਇੱਕ किस्म ਦਾ ਹਥਿਆਰ ਸੀ ਅੰਗਰੇਜ਼ਾਂ ਦੇ ਕੋਲ। ठीक है, तो कहंदे सहायक संधि, सहायक मतलब कि मिली जुली संधि ਜਿਹੜੀ ਹੋਣੀ ਹੈ, सहायक संधि प्रणाली कहंदे महत्वपूर्ण ਹਥਿਆਰ ਸੀਗਾ ਜੋ ਅੰਗਰੇਜ਼ੀ ਸਰਕਾਰ ਨੇ ਸਾਮਰਾਜ ਨੂੰ ਬਹੁਤ ਜ਼ਿਆਦਾ ਵਧਾਉਣ ਦੇ ਲਈ अपनाया सीगा। ठीक है, कहंदे अंग्रेज शासन ने जो यह सब सिस्टम कीता सी ना, यह मन्निया जांदा सी कि उन्हां च सूझ-बूझ बहुत आ। कहंदे इस अनुसार की कीता सी, उन्हां ने जिहड़ियां देसी रियासतां सी उन्हां दे नाल ना संधियां कर लईआं सी। संधियां करन तो बाद उन्हां ने ना अपनी सेना तैयार कर ली सीगी। ठीक है, कहंदे सेना ਤਾਂ ਤਿਆਰ ਕਰ ਲਈ, ਜਦੋਂ ਮੈਂ ਰਿਆਸਤਾਂ ਦੇ ਨਾਲ ਸੰਧੀਆਂ ਕਰੂੰਗਾ, ਮੰਨ ਲਓ ਮੈਂ ਇੱਕ ਕਿਸਮ ਦਾ ਉਹ ਹੈਗਾ ਵਾ, ਅੰਗਰੇਜ਼ ਹੈਗਾ ਵਾ, तो मैं की करांगा दूजे देशां दे नाल, दूजियां रियासतां दे नाल संधि कर लूंगा। ठीक है, तो अगर मैं संधि करूंगा तो संधि दे विच की लिखिया गया सीगा कि मैं संधि दे विच अपनी सेना तैयार करूंगा। सेना तो मैंने तैयार कर ली, लेकिन सारियां दी सारियां मुसीबतां किन्नू झेलणीਆਂ पईयां, जिन्हां दे कोलों मैं सैनिक ले आ, क्योंकि अगलियां नू फीस भरनी पैनी उन्हां दी, अगलियां नू पेमेंट करनी पैनी उन्हां दी। ठीक है, कहंदे जिस दे बदले रियासतां दा हाकम अंग्रेज सरकार दी सर्वउच्चता स्वीकार करदा सी ते दूजे देशां दे नाल किसे तरह दा कोई संबंध नहीं सी रखदा।
ਤੁਹਾਨੂੰ ਕਦੇ ਸਹਾਇਕ ਸੰਧੀ ਆ ਜਾਵੇ ਤਾਂ ਤੁਸੀਂ ਜਸਟ ਇੰਨਾ ਲਿਖਣਾ, ਸਹਾਇਕ ਸੰਧੀ ਅੰਗਰੇਜ਼ਾਂ ਨੇ ਚਲਾਈ ਸੀ। ਇਹ ਅੰਗਰੇਜ਼ਾਂ ਦੀ ਸੂਝ-ਬੂਝ ਦਾ ਪ੍ਰਤੀਕ ਸੀਗਾ। ਉਹਨਾਂ ਨੇ ਨਾਲ-ਨਾਲ ਦੇ ਰਿਆਸਤਾਂ ਦੇ ਨਾਲ ਅੱਛੇ ਰਿਲੇਸ਼ਨ ਬਣਾਏ। ਰਿਲੇਸ਼ਨ ਬਣਾਉਣ ਦੇ ਬਦਲੇ ਦੇ ਵਿੱਚ ਉਹ ਆਪਣੇ ਕੋਲ ਮਿਲਟਰੀ ਰੱਖਦੇ ਸੀਗੇ। ਪ੍ਰੋਬਲਮ ਇਹ ਹੋਈ ਕਿ ਮਿਲਟਰੀ ਨੂੰ ਫੀਸ ਦੇਣੀ ਪੈਂਦੀ ਸੀ, ਪੇਮੈਂਟ ਦੇਣੀ ਪੈਂਦੀ ਸੀਗੀ, ਠੀਕ ਹੈ। ਤੇ ਇਹ ਵੀ ਕਾਰਨ ਹੋਇਆ ਸੀਗਾ ਕਿ ਜਿੰਨੀਆਂ ਵੀ ਰਿਆਸਤਾਂ ਸੀ, ਇੱਕ ਤਾਂ ਅੰਗਰੇਜ਼ਾਂ ਦੇ ਹੁਕਮ ਮੰਨਣਗੀਆਂ, ਅੰਗਰੇਜ਼ਾਂ ਦੇ ਹੁਕਮਾਂ ਨੂੰ ਨਹੀਂ ਟਾਲਣਗੀਆਂ, ਦੂਜਾ ਉਹ ਆਪਣੀ ਮਰਜ਼ੀ ਦੇ ਨਾਲ ਕਿਸੇ ਦੂਜੇ ਦੇਸ਼ ਨਾਲ ਰਿਲੇਸ਼ਨ ਨਹੀਂ ਬਣਾ ਸਕਦੀਆਂ। ਪ੍ਰੋਬਲਮ ਹੋ ਗਈ ਨਾ। ਉਸ ਤੋਂ ਬਾਅਦ ਇਹ ਆਰਗਨ ਐਂਡ ਡਿਵੈਲਪਮੈਂਟ ਕਹਿੰਦਾ ਕਿ ਇਹ ਮਤਲਬ ਸ਼ੁਰੂ ਹੀ ਕਿੱਥੋਂ ਹੋਈ ਸੀ। ਚਲੋ ਪੜ੍ਹਦੇ ਹਾਂ। ਕਹਿੰਦੇ 18 ਸੈਂਚੁਰੀ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਪਤਾ ਚੱਲਦਾ ਵਾ ਕਿ ਸਹਾਇਕ ਸੰਧੀ ਪ੍ਰਣਾਲੀ ਦੇ ਚਿੰਨ੍ਹ ਅੰਗਰੇਜ਼ਾਂ ਤੋਂ ਵੀ ਪਹਿਲਾਂ ਭਾਰਤ ਦੇ ਵਿੱਚ ਮੌਜੂਦ ਸੀਗੇ। ਕਿੱਦਾਂ ਮੌਜੂਦ ਸੀ? ਕਹਿੰਦੇ ਇਸ ਪ੍ਰਣਾਲੀ ਦੀ ਇੱਕ ਕਿਸਮ ਮਰਾਠਿਆਂ ਨੇ ਵੀ ਪਹਿਲਾਂ ਅਪਣਾਈ ਸੀਗੀ, ਠੀਕ ਹੈ। ਕਹਿੰਦੇ ਕਈ ਪ੍ਰਦੇਸ਼ਾਂ ਦੀ ਰੱਖਿਆ ਦੇ ਬਦਲੇ ਦੇ ਵਿੱਚ ਚੌਥ ਅਤੇ ਸਾਲਾਨਾ ਟੈਕਸ ਲਿਆ ਜਾਂਦਾ ਸੀ। ਅੱਛਾ, ਕੁਐਸਚਨ ਇਹ ਵੀ ਆਂਦਾ ਹੈ ਕਿ ਮੈਂ ਕਨਕਲੂਜਨ ਦੇ ਵਿੱਚ ਕੀ ਲਿਖ ਦਵਾਂ ਕਿ ਐਕਚੁਅਲ ਦੇ ਵਿੱਚ ਸਹਾਇਕ ਸੰਧੀ ਕੀ ਸੀ। ਦਰਅਸਲ ਜਿਹੜੀਆਂ ਦੇਸੀ ਰਿਆਸਤਾਂ ਸੀ ਨਾ, ਉਹਨਾਂ ਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਸੀ। ਹੁਣ ਇਹ ਵੀ ਮੰਨ ਚਾਹੁੰਦਾ ਕਿ ਹੁਣ ਦੇਸੀ ਰਿਆਸਤਾਂ ਕੀ ਹੁੰਦੀਆਂ, ਨੇੜੇ-ਨੇੜੇ ਦੇ ਇਲਾਕੇ ਹੁੰਦੇ ਦੇਸੀ ਰਿਆਸਤਾਂ। ਤੋ ਜਿਹੜੇ ਨੇੜੇ-ਨੇੜੇ ਦੇ ਇਲਾਕੇ ਸੀ ਨਾ, ਉਹਨਾਂ ਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਸੀ। ਤੇ ਪ੍ਰੋਟੈਕਟ ਕੌਣ ਕਰਨਗੇ? ਅੰਗਰੇਜ਼ ਕਰਨਗੇ। ਅੰਗਰੇਜ਼ਾਂ ਨੇ ਕੀ ਕੀਤਾ? ਉਹਨਾਂ ਨੇ ਕਿਹਾ ਠੀਕ ਹੈ, ਅਸੀਂ ਤੁਹਾਨੂੰ ਪ੍ਰੋਟੈਕਟ ਕਰਾਂਗੇ, ਤੁਸੀਂ ਸਾਨੂੰ ਟੈਕਸ ਦਿਓ, ਠੀਕ ਹੈ। ਤੋ ਅਸੀਂ ਇਹ ਕਵਾਂਗੇ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਅੰਗਰੇਜ਼ਾਂ ਨੇ ਇਸ ਸਿਸਟਮ ਨੂੰ ਸਟਾਰਟ ਕੀਤਾ ਸੀ। ਅੰਗਰੇਜ਼ਾਂ ਤੋਂ ਪਹਿਲਾਂ ਵੀ ਕਹਿੰਦੇ ਇਹ ਸਿਸਟਮ ਸੀ ਮਰਾਠਿਆਂ ਦੇ ਟਾਈਮ ਪੀਰੀਅਡ ਦੇ ਵਿੱਚ ਵੀ ਲੋਕਾਂ ਨੂੰ ਉਹਨਾਂ ਦੀ ਸੁਰੱਖਿਆ ਦੇ ਬਦਲੇ ਦੇ ਵਿੱਚ ਉਹਨਾਂ ਦੇ ਕੋਲੋਂ ਟੈਕਸ ਲੈ ਲਿਆ ਜਾਂਦਾ ਸੀ। ਰਾਣਾ ਡੇ ਇੱਕ ਰਾਈਟਰ ਨੇ ਜਿਨ੍ਹਾਂ ਲਿਖਿਆ ਹੈ ਕਿ ਸਹਾਇਕ ਸੰਧੀ ਪ੍ਰਣਾਲੀ ਦਾ ਖਿਆਲ ਅਸਲ ਵਿੱਚ ਉਸ ਯੋਜਨਾ ਦਾ ਸੰਗਠਿਤ ਹੈ ਜੋ ਕਿ ਮਰਾਠਾ ਸਰਦਾਰ ਨੇ 100 ਸਾਲ ਪਹਿਲਾਂ ਅਪਣਾਈ ਸੀ, ਜਦੋਂ ਕਿ ਉਹਨਾਂ ਨੇ ਦਿੱਲੀ ਦੀ ਰਾਸ਼ਟਰੀ ਸ਼ਕਤੀ ਤੇ ਚੌਥ ਅਤੇ ਸਰਦੇਸ਼ ਮੁਖੀ ਦੀ ਗ੍ਰਾਂਟ ਪ੍ਰਾਪਤ ਕੀਤੀ ਸੀ। ਕਿਉਂਕਿ ਜਿਹੜੇ ਪਰਸਨ ਸੀ ਨਾ ਮਰਾਠਿਆਂ ਨੇ ਕਿਹਾ ਸੀ ਕਿ ਠੀਕ ਆ, ਅਸੀਂ ਸਾਰੇ ਲੋਕਾਂ ਨੂੰ ਪ੍ਰੋਟੈਕਟ ਕਰਾਂਗੇ, ਪਰ ਇਹਦੇ ਬਦਲੇ ਦੇ ਵਿੱਚ ਸਾਨੂੰ ਵੀ ਟੈਕਸ ਚਾਹੀਦਾ ਹੈ, ਸਾਨੂੰ ਵੀ ਪੇਮੈਂਟ ਚਾਹੀਦੀ ਹੈ। ਪੇਮੈਂਟ ਦੋਗੇ ਅਸੀਂ ਤੁਹਾਨੂੰ ਪ੍ਰੋਟੈਕਟ ਕਰ ਦੇਵਾਂਗੇ, ਅਦਰਵਾਈਜ਼ ਤੋਂ ਨਹੀਂ ਕਰਾਂਗੇ। ਸਮਝ ਰਹੇ ਇੰਨੀ ਚੀਜ਼ ਨੂੰ? ਚਲੋ, ਕਹਿੰਦੇ ਕਿ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅੰਗਰੇਜ਼ਾਂ ਦੇ ਵਿੱਚ ਵੈਲਜ਼ਲੀ ਇਸ ਦੀ ਖੋਜ ਦਾ ਕਰਤਾ ਮੰਨਿਆ ਜਾਂਦਾ ਹੈ। ਵੈਲਜ਼ਲੀ ਹੈਗਾ ਨਾ ਪਰਸਨ, तो ਵੈਲਜ਼ਲੀ ਜਿਹੜਾ ਪਰਸਨ ਹੈ, ਕਹਿੰਦੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਉਹਨੇ ਇਹ ਪ੍ਰਣਾਲੀ ਦੁਬਾਰਾ ਸ਼ੁਰੂ ਕੀਤੀ ਸੀ। ਕਹਿੰਦੇ ਇਹ ਪ੍ਰਣਾਲੀ ਦਾ ਵਿਕਾਸ ਹੋਇਆ, ਹੌਲੀ ਹੌਲੀ ਇਹ ਪ੍ਰਣਾਲੀ ਵੱਧਦੀ ਗਈ, ਠੀਕ ਹੈ। ਕਹਿੰਦੇ ਵੈਲਜ਼ਲੀ ਦੇ ਟਾਈਮ ਪੀਰੀਅਡ ਦੇ ਵਿੱਚ ਤਾਂ ਅੰਤਿਮ ਰੂਪ ਕਹਿੰਦੇ ਇਹਨੇ ਧਾਰਨ ਕਰ ਲਿਆ ਸੀ, ਯਾਨੀ ਕਿ ਹੌਲੀ ਹੌਲੀ ਮਤਲਬ ਇਹਨੇ ਅੰਤਿਮ ਰੂਪ ਧਾਰਨ ਕਰ ਲਿਆ ਕਿ ਹੁਣ ਇਹ ਸਿਸਟਮ ਚਾਲੂ ਹੋ ਗਿਆ ਸੀ ਕਿ ਜੇ ਕਿਸੇ ਨੇ ਆਪਣੇ ਆਪ ਨੂੰ ਪ੍ਰੋਟੈਕਟ ਰੱਖਣਾ ਵਾ ਦੈਨ ਤੁਸੀਂ ਸਾਨੂੰ ਟੈਕਸ ਪੇ ਕਰੀ ਚੱਲੋ, ਅਸੀਂ ਤੁਹਾਨੂੰ ਪ੍ਰੋਟੈਕਟ ਕਰ ਦੇਵਾਂਗੇ। ਕਹਿੰਦੇ ਦੇਸੀ ਰਿਆਸਤਾਂ ਦੀ ਸੈਨਿਕ ਸਹਾਇਤਾ ਦੇ ਬਦਲੇ ਅੰਗਰੇਜ਼ ਕੰਪਨੀ ਨੇ ਭਾਰਤੀ ਯੁੱਧਾਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਮਤਲਬ ਮੰਨ ਲਓ ਕਿਸੇ ਇੱਕ ਨਵਾਬ ਨੂੰ ਪ੍ਰੋਬਲਮ ਹੋ ਰਹੀ ਹੈ ਜੀ, ਮੇਰੇ ਤੇ ਕੋਈ ਅਟੈਕ ਕਰ ਰਿਹਾ, ਅੰਗਰੇਜ਼ ਕਹਿੰਦੇ ਸੀ ਤੂੰ ਸਾਨੂੰ ਪੈਸਾ ਦੇ ਦੇ, ਅਸੀਂ ਤੇਰੇ ਬਦਲੇ ਲੜ ਲਾਂਗੇ ਜਾ ਕੇ। ਇਹ ਗੱਲਾਂ ਨੇ। ਤਾਂ ਕਹਿੰਦੇ ਕਿ ਅੰਗਰੇਜ਼ੀ ਕੰਪਨੀ ਨੇ ਕਰਨਾਟਕ ਦੇ ਦੂਜੇ ਯੁੱਧ ਦੇ ਵਿੱਚ, ਹੁਣ ਤੁਸੀਂ ਦੇਖਣਾ ਮੈਂ ਕਿਆ ਬੋਲ ਰਹੀ ਹਾਂ, ਮੁਗਲ ਨਵਾਬ ਜਿਹੜੇ ਸੀ ਨਾ ਉਹਨਾਂ ਦੀ ਹੈਲਪ ਕੀਤੀ ਸੀ। ਕਹਿੰਦੇ ਕਰਨਾਟਕ ਦਾ ਦੂਜਾ ਯੁੱਧ ਹੋਇਆ, ਠੀਕ ਹੈ, ਨਾਸਿੰਗ ਜੰਗ ਤੇ ਮੁਹੰਮਦ ਅਲੀ ਦੀ ਸਹਾਇਤਾ ਕੀਤੀ ਸੀ। ਕਹਿੰਦੇ ਇਸ ਤੋਂ ਬਾਅਦ ਤੱਕ ਕੰਪਨੀ ਨੇ ਆਪ ਯੁੱਧ ਕਰਨੇ ਸ਼ੁਰੂ ਕਰ ਦਿੱਤੇ, ਠੀਕ ਹੈ। ਕਹਿੰਦੇ ਇਹਨਾਂ ਯੁੱਧਾਂ ਵਿੱਚ ਭਾਰਤੀ ਰਿਆਸਤਾਂ ਦੇ ਰਾਜਾਂ ਤੋਂ ਸਹਾਇਤਾ ਪ੍ਰਾਪਤ ਕੀਤੀ। ਕਹਿੰਦੇ ਅੰਗਰੇਜ਼ ਸੈਨਾਪਤੀ ਦਾ ਇਹ ਵਿਚਾਰ ਸੀ ਕਿ ਜਿੰਨੇ ਵੀ ਦੇਸੀ ਰਿਆਸਤਾਂ ਦੇ ਜਿਹੜੀ ਮਿਲਟਰੀ ਵਗੈਰਾ ਨਾ ਉਹਦੇ ਵਿੱਚ ਕੋਈ ਅਨੁਸ਼ਾਸਨ ਨਹੀਂ ਆ, ਮਤਲਬ ਉਹਨਾਂ ਨੂੰ ਤੁਸੀਂ ਟ੍ਰੇਨਡ ਹੀ ਨਹੀਂ ਕੀਤਾ, ਠੀਕ ਹੈ। ਸੋ ਕਹਿੰਦੇ ਕਿ ਉਹਨਾਂ ਨੇ ਫੈਸਲਾ ਕੀਤਾ ਕਿ ਉਹਨਾਂ ਰਿਆਸਤਾਂ ਦੇ ਵਿੱਚ ਸੈਨਿਕਾਂ ਦੀ ਬਜਾਏ ਨਾ ਤੁਸੀਂ ਸਾਨੂੰ ਧਨ ਹੀ ਦੇ ਦਿਓ, ਕਿਉਂਕਿ ਮੈਂ ਸ਼ੁਰੂ ਦੇ ਵਿੱਚ ਬੋਲਿਆ ਸੀਗਾ ਕਿ ਇਹਨਾਂ ਨੇ ਕਿਹਾ ਸੀਗਾ ਕਿ ਆਪਣੇ ਕੋਲ ਸੈਨਿਕ ਰੱਖ ਲਓ, ਠੀਕ ਹੈ। ਇੱਕ ਤਾਂ ਅੰਗਰੇਜ਼ਾਂ ਨੇ ਜਿਹੜਾ ਸ਼ੁਰੂ ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਦੇਸੀ ਰਿਆਸਤਾਂ ਨੂੰ ਕਿਹਾ ਸੀ ਤੁਸੀਂ ਸਾਨੂੰ ਸੈਨਿਕ ਸਹਾਇਤਾ ਦਿਓ, ਜਦੋਂ ਵੀ ਅਸੀਂ ਯੁੱਧ ਕਰਨ ਦੇ ਲਈ ਜਾਣਾ ਵਾ ਤੁਸੀਂ ਸਾਨੂੰ ਸੈਨਿਕ ਸਹਾਇਤਾ ਪ੍ਰੋਵਾਈਡ ਕਰਿਓ। ਮਰਾਠੇ ਜਿਹੜੇ ਸੀ ਟੈਕਸ ਲੈ ਲੈਂਦੇ ਸੀ। ਜਦੋਂ ਥੋੜੇ ਜਿਹੇ ਟਾਈਮ ਦੇ ਵਿੱਚ ਅੰਗਰੇਜ਼ਾਂ ਨੇ ਲੜਨਾ ਸ਼ੁਰੂ ਕੀਤਾ, ਉਹਨਾਂ ਨੇ ਦੇਖਿਆ ਕਿ ਆ ਜਿਹੜੇ ਸੈਨਿਕ ਨੇ ਨਾ ਇਹਨਾਂ 'ਚ ਅਨੁਸ਼ਾਸਨ ਆ, ਨਾ ਇਹ ਪਰਸਨ ਵਿਨਰ ਬਣ ਕੇ ਆਉਂਦੇ ਆ, ਤਾਂ ਉਹਨਾਂ ਨੇ ਕਿਹਾ ਤੁਸੀਂ ਰਹਿਣ ਦਿਓ, ਦੇਸੀ ਰਿਆਸਤਾਂ ਨੂੰ ਕਿਹਾ ਤੁਸੀਂ ਸਾਨੂੰ ਟੈਕਸ ਹੀ ਪੇ ਕਰ ਦਿਓ, ਸੈਨਿਕ ਅਸੀਂ ਆਪ ਆਪਣੇ ਲੈ ਲਵਾਂਗੇ, ਠੀਕ ਹੈ। ਸੋ ਇਸ ਤਰ੍ਹਾਂ ਸੋ ਕਹਿੰਦੇ ਕਿ ਲੜਾਈ ਦੇ ਵਿੱਚ ਉਹ ਆਪ ਭਰਤੀ ਕਰਦੇ, ਫਿਰ ਬੰਦਿਆਂ ਨੂੰ ਆਪ ਹੀ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਸੀਗੇ, ਠੀਕ ਹੈ। ਕਹਿੰਦੇ ਅਵਧ ਦੇ ਨਵਾਬ ਦੇ ਨਾਲ ਵਾਰਨ ਹੇਸਟਿੰਗ ਅਤੇ ਕਾਰਨਵਾਲਿਸ ਨੇ ਬਹੁਤ ਸਾਰੀਆਂ ਸੰਧੀਆਂ ਕੀਤੀਆਂ ਸੀ,
ਜਿਹਦੇ ਵਿੱਚ ਉਹਨਾਂ ਨਵਾਬਾਂ ਨੇ ਅੰਗਰੇਜ਼ਾਂ ਨੂੰ ਇੱਕ ਨਿਸ਼ਚਿਤ ਧਨ ਰਾਸ਼ੀ ਜਿਹੜੀ ਸੀਗੀ ਉਹਨਾਂ ਨੇ ਦੇਣੀ ਮੰਨ ਲਈ ਸੀਗੀ। ਠੀਕ ਹੈ, ਕਹਿੰਦੇ ਲਖਨਊ ਜਿਹੜਾ ਸੀ ਕਹਿੰਦੇ ਉਹਦੇ ਵਿੱਚ ਇੱਕ ਬ੍ਰਿਟਿਸ਼ ਰੈਜ਼ੀਡੈਂਟ ਰਹਿਣ ਲੱਗ ਪਿਆ ਸੀਗਾ। ਕਹਿੰਦੇ ਕਿ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਾਰਤ ਵਿੱਚ ਕੀਤੀਆਂ ਸਹਾਇਕ ਸੰਧੀਆਂ ਜਿਹੜੀਆਂ ਸੀ ਇੰਗਲੈਂਡ ਦੀਆਂ ਦੂਜੇ ਯੂਰਪੀ ਦੇਸ਼ਾਂ ਨਾਲ ਕੀਤੀਆਂ ਗਈਆਂ ਸੰਧੀਆਂ ਨਾਲੋਂ ਵੱਖਰੀਆਂ ਸਨ। ਸਹਾਇਕ ਸੰਧੀ ਪ੍ਰਣਾਲੀ ਦੇ ਅੰਤ ਵਿੱਚ ਅੰਗਰੇਜ਼ ਜਿਹੜੇ ਸੀਗੇ ਉਹ ਦੇਸੀ ਰਿਆਸਤਾਂ ਦੇ ਕੋਲੋਂ ਸੈਨਿਕ ਲੈਣ ਦੀ ਬਜਾਏ ਕੀ ਲੈਂਦੇ ਸੀ, ਧਨ ਲੈ ਲੈਂਦੇ ਸੀਗੇ। ਠੀਕ ਹੈ, ਕਹਿੰਦੇ ਕਿ ਭਾਵੇਂ ਵੈਲਜ਼ਲੀ ਤੋਂ ਪਹਿਲਾਂ ਵੀ ਸਹਾਇਕ ਸੰਧੀ ਮੌਜੂਦ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਵੈਲਜ਼ਲੀ ਤੋਂ ਪਹਿਲਾਂ ਵੀ ਸਹਾਇਕ ਸੰਧੀ ਮਰਾਠਿਆਂ ਦੇ ਟਾਈਮ ਪੀਰੀਅਡ 'ਚ ਚੱਲ ਪਈ ਸੀ, ਲੇਕਿਨ ਵੈਲਜ਼ਲੀ ਦਾ ਜਦੋਂ ਟਾਈਮ ਪੀਰੀਅਡ ਆਇਆ ਉਦੋਂ ਉਹਨੇ ਸਹਾਇਕ ਸੰਧੀ ਨੂੰ ਇੱਕ ਇੰਪੋਰਟੈਂਟ ਰੋਲ ਜਿਹੜਾ ਹੈਗਾ ਵਾ ਉਹ ਦੇ ਦਿੱਤਾ ਸੀ। ਠੀਕ ਹੈ, ਚਲੋ ਜੀ ਠੀਕ ਹੈ, ਇਨਫ ਕਰ ਦਿੰਨੇ ਆ, ਅੱਜ ਦੇ ਲਈ ਇੰਨਾ ਹੀ ਕਾਫੀ ਹੈ। ਠੀਕ ਹੈ।